ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਇੱਕ ਪਾਸੇ ਹਾਲੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਜਿਹੜੀ ਹੈ ਉਹ ਸੁਲਝੀ ਨਹੀਂ ਹੈ, ਤਾਂ ਦੂਜੇ ਪਾਸੇ ਕਾਂਗਰਸ ਨੂੰ ਨਵਾਂ ਹੀ ਕਲੇਸ਼ ਪੈ ਗਿਆ ਤੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਇੱਕ ਨਵੀਂ ਚੁਣੌਤੀ ਆ ਗਈ ਹੈ, ਕਿਉਂਕਿ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਖਿੱਚੋਤਾਣ ਚੱਲ ਰਹੀ ਸੀ। ਪਰ ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨਗੀ ਲਾਂਭੇ ਹੋਣ ਤੋਂ ਬਾਅਦ ਆਪਣੇ ਵੱਲੋਂ ਵੀ ਮੋਰਚਾ ਖੋਲ੍ਹ ਦਿੱਤਾ ਹੈ। ਕਿਹਨਾਂ ਦੇ ਖਿਲਾਫ ਇਹ ਮੋਰਚਾ ਖੋਲ੍ਹਿਆ ਗਿਆ ਤੇ ਸੁਨੀਲ ਜਾਖੜ ਕਿਹਨਾਂ ਤੇ ਸਖਤ ਇਲਜ਼ਾਮ ਲਗਾ ਰਹੇ ਨੇ ਕਿ ਕਿਹੜੇ ਦੋ ਮੰਤਰੀ ਹੈ ਅਕਾਲੀ ਦਲ ਦੇ ਟੱਚ ਦੇ ਵਿੱਚ ਨੇ ਤੇ ਅਕਾਲੀ ਦਲ ਦੇ ਨਾਲ ਚੱਲੇ ਸੀ, ਤੇ ਕਿਹੜਾ ਸਾਬਕਾ ਪ੍ਰਧਾਨ ਤੇ ਕਿਹੜਾ ਰਾਜ ਸਭਾ ਮੈਂਬਰ ਹੈ ਜਿਹਦੇ ਅਮਿਤ ਸ਼ਾਹ ਦੇ ਨਾਲ ਤਾਰ ਜੋੜ ਰਹੇ ਨੇ ਸੁਨੀਲ ਜਾਖੜ। ਉਹ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਕਿ ਨਵੀਂ ਚੁਣੌਤੀ ਪੈਦਾ ਹੋ ਗਈ ਹੈ ਨਵੇਂ ਬਣੇ ਪ੍ਰਧਾਨ ਦੇ ਲਈ। ਕਿ ਸੁਨੀਲ ਜਾਖੜ ਆਪਣੇ ਵੱਲੋਂ ਦਰਦ ਫਰੋਲ ਰਹੇ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਨਵਜੋਤ ਸਿੰਘ ਸਿੱਧੂ ਦੇ ਲਈ ਪਾਰਟੀ ਦੇ ਅੰਦਰ ਨਵੀਆਂ ਜਿਹੜੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਕਿਸ ਦੇ ਇਸ਼ਾਰੇ ਤੇ ਹੋ ਰਹੀਆਂ ਨੇ, ਕੀ ਸਾਜ਼ਿਸ਼ਬਾਜ਼ੀ ਹੋ ਰਹੀ ਹੈ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਣਖੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਅਣਖੀ ਜੀ, ਕਿਵੇਂ ਦੇਖਦੇ ਹੋ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਖਾਨਾ ਜੰਗੀ ਹਲੇ ਬੰਦ ਨਹੀਂ ਹੋਈ, ਹਲੇ ਖਤਮ ਨਹੀਂ ਹੋਈ। ਬੇਸ਼ੱਕ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਹੋਵੇ, ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ, ਪਰ ਹੁਣ ਪ੍ਰਧਾਨਗੀ ਤੋਂ ਲਾਂਭੇ ਹੋਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਖੁੱਲ੍ਹ ਕੇ ਮੋਰਚਾ ਖੋਲ ਰਹੇ ਨੇ ਸੁਨੀਲ ਜਾਖੜ, ਕੀ ਲੱਗਦਾ ਕਿ ਹਾਈ ਕਮਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਲਈ ਨਵੀਂ ਮੁਸੀਬਤ ਹੈ, ਨਵਜੋਤ ਸਿੰਘ ਸਿੱਧੂ ਦੇ ਲਈ ਨਵਾਂ ਚੈਲੰਜ ਹੈ ਕਿ ਇਹ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਕਿਵੇਂ ਹੈ? ਕਿਤੇ ਇਹ ਸਾਜ਼ਿਸ਼ ਤੇ ਨਹੀਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਨੂੰ ਫੇਲ ਕਰਨ ਦੀ? ਨਹੀਂ ਸੁਖਵਿੰਦਰ ਜੀ, ਇਦਾਂ ਦੀ ਗੱਲ ਕੋਈ ਸੁਖਵਿੰਦਰ ਜੀ ਗੱਲ ਇਹੋ ਜਿਹੀ ਕੋਈ ਨਹੀਂ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਜੇ ਕਿ ਨਵਜੋਤ ਸਿੱਧੂ ਦੀ ਜਿਹੜੀ ਪ੍ਰਧਾਨਗੀ ਉਹਨੂੰ ਫੇਲ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਕੋਈ ਇਹੋ ਜਿਹੀ ਜਿਹੜੀ ਸਾਜ਼ਿਸ਼ ਹੈ ਉਹ ਰਚੀ ਜਾ ਰਹੀ ਹੈ। ਉਸ ਦਾ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਕੱਲ੍ਹ ਸੁਨੀਲ ਜਾਖੜ ਬੋਲੇ, ਉਹਨਾਂ ਦਾ ਅਸਲ 'ਚ ਆਪਣਾ ਜਿਹੜਾ ਦਰਦ ਸੀ ਉਹ ਸਾਹਮਣੇ ਆਇਆ। ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਨਵਜੋਤ ਸਿੱਧੂ ਜਿੱਦਣ ਉਹਨਾਂ ਨੂੰ ਪ੍ਰਧਾਨਗੀ ਪਦ ਦੀ ਆਫਰ ਹੋਈ ਜਾਂ ਜਿਸ ਤਰੀਕੇ ਨਾਲ ਉਹਨਾਂ ਦੀ ਮੋਹਰ ਲੱਗੀ, ਤਾਂ ਸਭ ਤੋਂ ਪਹਿਲਾਂ ਉਹ ਸੁਨੀਲ ਜਾਖੜ ਵੱਲ ਗਏ ਔਰ ਸੁਨੀਲ ਜਾਖੜ ਤੋਂ ਬਿਲਕੁਲ ਨਾਲ ਲੈ ਕੇ ਚੱਲੇ। ਤੇ ਸੁਨੀਲ ਜਾਖੜ ਨੇ ਜਿਸ ਤਰੀਕੇ ਨਾਲ ਉਹਨਾਂ ਦਾ ਸਵਾਗਤ ਕੀਤਾ ਉਹ ਬਾਖਮਾਨ ਸੀ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਨਵਜੋਤ ਸਿੱਧੂ ਨੇ ਉਹਨਾਂ ਨੂੰ ਮਾਰਗਦਰਸ਼ਕ ਕਿਹਾ। ਤਾਂ ਮਾਰਗਦਰਸ਼ਕ ਕਿਹਾ ਤਾਂ ਉਸ ਤੋਂ ਮਗਰੋਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮਾਰਗਦਰਸ਼ਕ ਵਾਲੀ ਕੋਈ ਗੱਲ ਇਹੋ ਜਿਹੀ ਹੈ ਨਹੀਂ ਕਿ ਜਿਹੜੀ ਗੱਲ ਅੱਜ ਕੱਲ੍ਹ ਸਾਰੇ ਸਿਆਣੇ ਇਹ ਸੁਨੀਲ ਜਾਖੜ ਦੇ ਲਿਆ ਕੇ ਗੱਲ ਕਰਦਾ। ਸੁਨੀਲ ਜਾਖੜ ਨੇ ਕੱਲ੍ਹ ਜਦੋਂ ਸਟੇਟਮੈਂਟ ਦਿੱਤੀ, ਜਦੋਂ ਨਵਜੋਤ ਸਿੰਘ ਸਿੱਧੂ ਹੁਣੀ ਪ੍ਰਧਾਨਗੀ ਪਦ ਸੰਭਾਲਦੇ ਪਏ ਸੀ, ਤਾਂ ਉਹਨਾਂ ਨੇ ਉਸ ਵਕਤ ਕਿਸੇ ਨੂੰ ਵੀ ਨਹੀਂ ਬਖਸ਼ਿਆ। ਉਹਨਾਂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆਪਣੇ ਨਿਸ਼ਾਨੇ ਤੇ ਲਿਆ, ਉਹਦੇ ਨਾਲ ਹੀ ਨਾਲ ਉਹਨਾਂ ਨੇ ਜਿਹੜੇ ਕਾਂਗਰਸ ਦੇ ਵਿੱਚ ਉਹ ਨੇਤਾ, ਕਾਂਗਰਸ ਪਾਰਟੀ ਦੇ ਉਹ ਨੇਤਾ ਜਿਹੜੇ ਆਪਣੇ ਆਪ ਨੂੰ ਬੜੀ ਸਿਰਕੱਢ ਨੇਤਾ ਜਾਂ ਕਾਂਗਰਸ ਪਾਰਟੀ ਦੇ ਵਫਾਦਾਰ ਅਸੀਂ ਕਹਿ ਸਕਦੇ ਕਿ ਸ਼ੋਅ ਕਰਦੇ, ਉਹਨਾਂ ਦੇ ਚਿਹਰਿਆਂ ਨੂੰ ਉਹਨਾਂ ਨੇ ਭਰੀ ਮਹਿਫਲ ਦੇ ਵਿੱਚ ਉਹਨਾਂ ਨੇ ਨੰਗਿਆ ਕੀਤਾ। ਤਾਂ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਇੱਕ ਟਾਰਗੇਟ ਸੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਸੀ। ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਕੁਝ ਬੰਦੇ ਅਮਿਤ ਸ਼ਾਹ ਹੋਣਾ ਦੇ ਨਾਲ ਰਲੇ ਜਾਂ ਮੀਟਿੰਗਾਂ ਕਰਦੇ ਨੇ, ਪ੍ਰਤਾਪ ਬਾਜਵੇ ਦੇ ਉੱਤੇ ਜਿਹੜਾ ਉਹਨਾਂ ਨੇ ਇਨਡਾਇਰੈਕਟਲੀ, ਹਾਲਾਂਕਿ ਉਹਨਾਂ ਨਾਂ ਨਹੀਂ ਲਿਆ, ਇਹ ਗੱਲ ਆਪਾਂ ਕਥਿਤ ਤੌਰ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਇਹ ਲੋਕਾਂ ਦੇ ਕਹਿਣ ਅਨੁਸਾਰ ਆ, ਕਿਉਂਕਿ ਆਪਾਂ ਇੱਥੇ ਜ਼ਿੰਮੇਵਾਰ ਚੱਲਣਾ, ਕਿਉਂਕਿ ਕੱਲ੍ਹ ਨੂੰ ਸਾਡੇ ਉੱਤੇ ਕੋਈ ਵੀ ਇਹੋ ਜਿਹਾ ਲਿਟੀਗੇਸ਼ਨ ਪਰ ਜੋ ਉੱਥੇ ਹਾਲਾਤ ਬਣੇ ਨਾ, ਜੋ ਉੱਥੇ ਹਾਲਾਤ ਬਣੇ, ਕਿਉਂਕਿ ਜੇਕਰ ਸੁਨੀਲ ਜਾਖੜ ਦੀ ਕਿਸੇ ਪਾਰਟੀ ਦੇ ਵਿੱਚ ਕਿਸੇ ਲੀਡਰ ਨਾਲ ਖੁੱਲ੍ਹੇ ਤੌਰ ਤੇ ਲੜਾਈ ਸੀ ਤਾਂ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਸੀ। ਪ੍ਰਤਾਪ ਸਿੰਘ ਬਾਜਵਾ ਸਿੱਧੇ ਤੌਰ ਤੇ ਕਹਿੰਦੇ ਰਹੇ ਆ ਕਿ ਸੁਨੀਲ ਜਾਖੜ ਤਾਂ ਪ੍ਰਧਾਨ ਨਹੀਂ ਹੈ, ਸੁਨੀਲ ਜਾਖੜ ਤਾਂ ਕੈਪਟਨ ਦਾ ਤੋਤਾ ਹੈ। ਜਦੋਂ ਉਹਨੂੰ ਬਾਹਰ ਕੱਢਣਾ ਹੁੰਦਾ ਉਦੋਂ ਕੈਪਟਨ ਅਮਰਿੰਦਰ ਸਿੰਘ ਬਾਹਰ ਕੱਢ ਲੈਂਦਾ, ਜਦੋਂ ਉਹਨੂੰ ਰੱਖਣਾ ਹੁੰਦਾ ਤਾਂ ਉਹਨੂੰ ਰੱਖ ਲੈਂਦਾ। ਜਦੋਂ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਸੀਗਾ ਸੁਨੀਲ ਜਾਖੜ ਨੇ ਕਿ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ, ਤਾਂ ਉਦੋਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਚੈਲੰਜ ਕਰ ਦਿੱਤਾ ਸੀ ਕਿ ਆ ਜਾ ਭਾਈ, ਤੂੰ ਮੇਰੇ ਨਾਲ ਚੱਲ ਸੋਨੀਆ ਗਾਂਧੀ ਦੇ ਘਰੇ, ਦੇਖ ਲੈਂਦੇ ਆ ਕਿ ਸੁਨੀਲ ਜਾਖੜ ਤੈਨੂੰ ਸੋਨੀਆ ਗਾਂਧੀ ਬਾਹਰ ਕੱਢਦੀ ਹੈ ਘਰ ਚੋਂ ਜਾਂ ਫਿਰ ਮੈਨੂੰ ਬਾਹਰ ਕੱਢਦੀ ਹੈ। ਤਾਂ ਸੁਨੀਲ ਜਾਖੜ ਦਾ ਉਦੋਂ ਬਾਅਦ ਚੋਂ ਕੋਈ ਬਿਆਨ ਨਹੀਂ ਸੀ ਆਇਆ, ਸੁਨੀਲ ਜਾਖੜ ਨੇ ਜਿਹੜੀ ਹੈ ਉਹ ਚੁੱਪ ਵੱਟ ਲਈ ਸੀ। ਤੇ ਹੁਣ ਵੀ ਜਦੋਂ ਉੱਥੇ ਸੁਨੀਲ ਜਾਖੜ ਕਹਿੰਦੇ, ਜਦੋਂ ਭਾਸ਼ਣ ਦੇ ਰਹੇ ਸੀ ਤਾਂ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਉੱਠ ਕੇ ਕਹਿੰਦੇ ਪ੍ਰੋਗਰਾਮ ਦੇ ਵਿੱਚੋਂ ਚਲੇ ਗਏ। ਬਿਲਕੁਲ ਜੀ, ਪ੍ਰਤਾਪ ਸਿੰਘ ਬਾਜਵਾ ਵੀ ਚਲੇ ਗਏ ਸੀ ਤੇ ਦੂਸਰਾ ਨਾਮ ਇੱਕ ਹੋਰ ਆ ਤਰਜਿੰਦਰ ਸਿੰਘ ਬਾਜਵਾ, ਉਹ ਵੀ ਚਲੇ ਗਏ ਸੀ। ਚਲੋ ਜਿਹੜੀ ਗੱਲ ਆਪਾਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਰਹੇ ਹਾਂ, ਸੁਨੀਲ ਜਾਖੜ ਦੇ ਉਸ ਭਾਸ਼ਣ ਦੀ ਗੱਲ ਕਰ ਰਹੇ ਜਿਹੜੀ ਉਹਨਾਂ ਨੇ ਕਰ ਦਿੱਤਾ। ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਕੁਝ ਲੋਕ ਅਮਿਤ ਸ਼ਾਹ ਦੇ ਸੰਪਰਕ ਵਿੱਚ ਸੀ
ਤੇ ਲੋਕ ਆਮ ਆਦਮੀ ਪਾਰਟੀ ਤੇ ਜਾਂ ਦੂਜੇ ਅਕਾਲੀ ਦਲ ਦੀ ਬੀ ਟੀਮ ਵਜੋਂ ਕੰਮ ਜਿਹੜਾ ਕਰਦੇ ਪਏ ਸੀ। ਸੁਖਵਿੰਦਰ ਜੀ, ਗੱਲ ਅਸਲ 'ਚ ਇਹ ਆ ਕਿ ਜਦੋਂ ਸੁਨੀਲ ਜਾਖੜ ਹੁਣੀ ਗੁਰਦਾਸਪੁਰੋਂ ਵਿਧਾਨ ਸਭਾ ਲੋਕ ਸਭਾ ਹਲਕੇ ਤੋਂ ਚੋਣ ਜਦੋਂ ਲੜਦੇ ਪਏ ਸੀ, ਸਭ ਤੋਂ ਵੱਧ ਜਿਹੜੀ ਮੁਖਾਲਫਤ ਸੀ ਪ੍ਰਤਾਪ ਸਿੰਘ ਬਾਜਵਾ ਨੂੰ ਕੀਤੀ ਗਈ ਔਰ ਹਰ ਹਾਲਤ ਵਿੱਚ ਇਹ ਯਤਨ ਕੀਤਾ ਗਿਆ ਕਿ ਜਿਹੜਾ ਸੁਨੀਲ ਜਾਖੜ ਆ ਉਹ ਇਸ ਹਲਕੇ ਤੋਂ ਕਿਤੇ ਵੀ ਲੋਕ ਸਭਾ ਦੀ ਚੋਣ ਜਿਹੜੀ ਜਿੱਤ ਨਾ ਸਕੇ। ਤਾਂ ਉਸ ਸਮੇਂ ਦੇ ਵਿੱਚ ਸੰਨੀ ਦਿਓਲ ਜਿਹੜਾ ਚੋਣ ਜਿੱਤ ਗਿਆ ਸੀ। ਉਸ ਹਾਰ ਨੂੰ ਸੁਨੀਲ ਜਾਖੜ ਅੱਜ ਤੱਕ ਭੁੱਲ ਨਹੀਂ ਸਕੇ ਕਿ ਉਹ ਉਸ ਗੱਲ ਦਾ ਇਸ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਜਾ ਕੇ ਤੁਸੀਂ ਪਤਾ ਕਰੋ ਤਾਂ ਤੁਹਾਨੂੰ ਇਸ ਤਰੀਕੇ ਦਾ ਪਤਾ ਲੱਗੇਗਾ। ਸਾਫ਼ ਤੌਰ ਤੇ ਆਪਾਂ ਵਿਸ਼ਲੇਸ਼ਣ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਨੂੰ ਹਰਾਇਆ ਗਿਆ ਸੀ, ਉਹ ਹਰਿਆ ਨਹੀਂ ਸੀ। ਇਹ ਗੱਲ ਜਿਸ ਤਰ੍ਹਾਂ ਪਤਾ ਹੀ ਹੈ ਕਿਉਂਕਿ ਉਸ ਵੇਲੇ ਸੁਨੀਲ ਜਾਖੜ ਜਿਹੜੇ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੈਂਪ ਦੇ ਸੀ, ਤਾਂ ਪ੍ਰਤਾਪ ਸਿੰਘ ਬਾਜਵਾ ਹੁਣੀ ਦੂਸਰੇ ਬੰਨੇ ਆਪਣੇ ਆਪ ਦੀ ਪੋਜੀਸ਼ਨ ਨੂੰ ਸਟਰੋਂਗ ਕਰਦੇ ਸੀ। ਕਹਿਣ ਦਾ ਅਰਥ ਇਹ ਆ ਕਿ ਸੁਨੀਲ ਜਾਖੜ ਦਾ ਜਿਹੜਾ ਕਰਦੇ ਆ ਉਹ ਬਿਲਕੁਲ ਪੂਰਨ ਰੂਪ ਦੇ ਵਿੱਚ ਨਿਕਲਿਆ। ਉਹਦੀਆਂ ਦੋ ਚਾਰ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖੋ। ਉਹਨਾਂ ਨੇ ਇੰਨੀ ਗੱਲ ਕਹੀ, ਉਹਨੇ ਬਖਸ਼ਿਆ ਸੁਖਵਿੰਦਰ ਜੀ ਕਿਸੇ ਨੂੰ ਨਹੀਂ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਟਾਰਗੇਟ ਤੇ ਲਿਆ ਔਰ ਹਰ ਜਿਹੜੀ ਜ਼ਿੰਮੇਵਾਰੀ ਆ, ਜਿਹੜੇ ਉਹ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਆਧਾਰ ਵਿੱਚ ਲਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਉਹਨਾਂ ਨੇ ਪਦ ਦੀ ਜ਼ਿੰਮੇਵਾਰੀ ਜਿਹੜੀ ਉਹਦਾ ਅਹਿਸਾਸ ਕਰਾਇਆ। ਤਾਂ ਇਹਦੇ ਵਿੱਚ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਸੁਨੀਲ ਜਾਖੜ ਨੇ ਜਿਹੜਾ ਕੱਲ੍ਹ ਭਾਸ਼ਣ ਦਿੱਤਾ ਉਹ ਨਵਜੋਤ ਸਿੰਘ ਸਿੱਧੂ ਵਾਸਤੇ ਇੱਕ ਕਿਸਮ ਦਾ ਕੋਈ ਚੈਲੰਜ ਸੀ ਜਾਂ ਨਹੀਂ। ਇਸ ਤਰ੍ਹਾਂ ਦਾ ਬਿਲਕੁਲ ਗੱਲ ਨਹੀਂ ਹੈ ਕਿਉਂਕਿ ਜਿਸ ਦਿਨ ਦਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਪਦ ਦੀ ਆਫਰ ਹੋਈ ਹੈ ਜਾਂ ਜਿਸ ਤਰੀਕੇ ਦਾ ਐਲਾਨ ਹੋਇਆ, ਉਸ ਦਿਨ ਤੋਂ ਲੈ ਕੇ ਤੇ ਅੱਜ ਤੱਕ ਸੁਨੀਲ ਜਾਖੜ ਜਿਹੜੇ ਨਵਜੋਤ ਸਿੱਧੂ ਦੇ ਨਾਲ ਚੱਲਦੇ ਗਏ। ਪਰ ਜੋ ਕੁਝ ਉਹਨਾਂ ਨੇ ਗੱਲ ਪਰ ਨਾਲ ਦੀ ਨਾਲ ਸੁਨੀਲ ਜਾਖੜ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਨਾ, ਮੈਂ ਪਿਛਲੇ 20 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲਿਆ ਰਹਾ। ਠੀਕ ਹੈ, ਕੁਝ ਵਕਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਹੋਣਗੇ ਸੁਨੀਲ ਜਾਖੜ, ਪਰ ਕਿਤੇ ਨਾ ਕਿਤੇ ਉਹਨਾਂ ਨੇ ਦਰਦ ਤਾਂ ਖੋਲ ਕੇ ਦੱਸ ਰੱਖਤਾ ਨਾ। ਕਹਿੰਦੇ ਕਿ ਤੁਸੀਂ ਸਾਰਿਆਂ ਦੇ ਘਰੇ ਤੁਸੀਂ ਸਾਰਿਆਂ ਨੂੰ ਮਨਾਉਣ ਗਏ ਹੋ, ਸੁਖਜਿੰਦਰ ਰੰਧਾਵਾ ਜੀ, ਹਰੀਸ਼ ਰਾਵਤ ਸਾਰਿਆਂ ਨੂੰ ਮਨਾਉਣ ਗਏ ਤੇ ਮੇਰੇ ਕੋਲੇ ਕਹਿੰਦੇ ਕੋਈ ਕਾਂਗਰਸੀ ਪਹੁੰਚਿਆ ਤੱਕ ਨਹੀਂ। ਜੇ ਤੁਸੀਂ ਇਹ ਕਹਿ ਸਕਦੇ ਹੋ ਆਪਾਂ ਕਿ ਪਿਛਲੇ ਕਈ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਨੇ, ਤਾਂ ਫਿਰ ਇਹ ਵੀ ਗੱਲ ਸਿੱਧੇ ਤੌਰ ਤੇ ਉਹਨਾਂ ਨੇ 2-3 ਵਾਰ ਕਹੀ ਹੈ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪਿਛਲੇ 20 ਸਾਲਾਂ ਤੋਂ ਹਾਂ। ਬਿਲਕੁਲ ਬਹੁਤ ਵਧੀਆ ਸੁਖਵਿੰਦਰ ਜੀ ਤੁਸੀਂ ਗੱਲ ਕੀਤੀ ਤੇ ਉਹਨਾਂ ਦੇ 20 ਸਾਲਾਂ ਦਾ ਰੈਫਰੈਂਸ ਦਿੱਤਾ, ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਕੇਵਲ 4 ਸਾਲ ਦਾ ਰੈਫਰੈਂਸ ਦਿੱਤਾ। ਕਹਿਣ ਦਾ ਅਰਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਯਾਰੀ ਆ ਉਹ ਕੇਵਲ ਉਸ ਸਮੇਂ ਦੇ ਅਨੁਸਾਰ ਹੈ ਕਿ ਜਿਸ ਸਮੇਂ ਦੇ ਅਨੁਸਾਰ ਕੋਈ ਤੁਹਾਨੂੰ ਵਿਅਕਤੀ ਚੰਗਾ ਲੱਗਦਾ ਔਰ ਆਪ ਨੂੰ ਜਿਹੜਾ ਵਿਅਕਤੀ ਨਹੀਂ ਚੰਗਾ ਲੱਗਦਾ ਤੁਸੀਂ ਨਾ ਰੱਖੋ। ਆਪਾਂ ਜਿਹੜੀ ਗੱਲ ਆ ਆਪਣੇ ਸੁਨੀਲ ਜਾਖੜ ਦੀ ਜਿਹੜੀ ਸਟੇਟਮੈਂਟ ਸੀ ਜਾਂ ਜਿਹੜੀ ਗੱਲਬਾਤ ਸੀ ਉਹਨੇ ਪੂਰਨ ਤੌਰ ਤੇ ਦਿਲੋਂ ਗੱਲ ਕੀਤੀ। ਔਰ ਦੇਖੋ ਜਿਹੜੀ ਦੂਸਰੇ ਬੰਨੇ ਉਹਨਾਂ ਨੇ ਗੱਲ ਕੀਤੀ ਕਿ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਦੀ ਬੀ ਟੀਮ ਦੇ ਮੈਂਬਰ ਉਹ ਜੋ ਕੰਮ ਕਰ ਰਹੇ ਸਨ, ਸ਼ਾਇਦ ਅਸੀਂ ਇੱਕ ਜ਼ਿੰਮੇਵਾਰ ਚੈਨਲ ਆ, ਆਪਾਂ ਜੇਕਰ ਸੁਨੀਲ ਜਾਖੜ ਦੇ ਉਹਨਾਂ ਦਾ ਨਾਮ ਨਹੀਂ ਲਿਖਦੇ ਸ਼ਾਇਦ ਸਾਡਾ ਵੀ ਉਹਨਾਂ ਦਾ ਨਾਮ ਲੈਣਾ ਜਿਹੜਾ ਨਹੀਂ ਬਣਦਾ। ਪਰ ਜਿਹੜੇ ਉਹਨਾਂ ਨੇ ਦੋ ਬੰਦਿਆਂ ਦੇ ਨਾਮ ਦੇ ਜਿਹੜੇ ਮੰਤਰੀਆਂ ਦੇ, ਚਲੋ ਆਪਾਂ ਨਹੀਂ ਮੰਤਰੀਆਂ ਦੇ ਕਹਿਣਾ ਕਿ ਚਲੋ ਸਾਰੀ ਦੁਨੀਆ ਨੂੰ ਪਤਾ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਅੱਖਾਂ ਦੇ ਵਿੱਚ ਬਲੇਟ ਦੀ ਗੱਲ ਜਿਹੜੀ ਕੀਤੀ ਆਪਾਂ ਵੀ ਉਸ ਤਰੀਕੇ ਨਾਲ ਕਰ। ਕੁਝ ਮਾਝੇ ਦੇ 2 ਮੰਤਰੀ ਸੀ ਜਿਨ੍ਹਾਂ ਦੇ ਸੰਬੰਧ ਵਿੱਚ ਉਹਨਾਂ ਸਪਸ਼ਟ ਰੂਪ ਦੇ ਵਿੱਚ ਜਿਹੜਾ ਸੰਕੇਤ ਦਿੱਤਾ ਕਿ ਇਹ ਬੰਦੇ ਅਕਾਲੀ ਦਲ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਸੀ। ਤਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਤੁਹਾਨੂੰ ਦੱਸਣੀ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਬੜੀ ਪੁਰਾਣੀ ਗੱਲ ਹੈ ਕਿ ਜਦੋਂ ਨਵੀਂ ਕੈਪਟਨ ਸਰਕਾਰ ਬਣੀ ਤਾਂ ਮਾਝੇ ਦਾ ਇੱਕ ਮੰਤਰੀ ਜਿਹੜਾ ਡਿਪਟੀ ਸੀਐਮ ਵਜੋਂ ਜਾਣੇ ਜਾਂਦੇ ਸਨ, ਉਹ ਆਪਣਾ ਫੋਨ ਕਿਸੇ ਬੰਦੇ ਨੂੰ ਫੜਾ ਗਏ। ਤਾਂ ਜਦੋਂ ਉਹ ਫੋਨ ਫੜਾ ਗਏ ਤਾਂ ਅਚਾਨਕ ਕਾਲ ਆਈ, ਤਾਂ ਜਿਹੜੀ ਕਾਲ ਸੀ ਉਹ ਅਕਾਲੀ ਦਲ ਦੇ ਇੱਕ ਜਿਹੜਾ ਅਸੀਂ ਕਹਿ ਸਕਦੇ ਕਿ ਨੰਬਰ 2 ਦਾ ਨੇਤਾ ਸੀ, ਉਹਦੀ ਕਾਲ ਸੀ। ਤਾਂ ਉਸ ਵਕਤ ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਹੋਣੀ ਜਾਂ ਦੂਜੇ ਬੰਦੇ ਹੋਰ ਜਿਹੜੇ ਵਿਅਕਤੀ ਸਨ ਉਹ ਅਕਾਲੀ ਦਲ ਦੇ ਖਿਲਾਫ ਹੋ ਗਏ ਸਨ। ਸੋ ਕਹਿਣ ਦਾ ਅਰਥ ਹੈ ਕਿ ਸਿੱਧੂ ਸਾਹਿਬ ਬੜਾ ਕੁਝ ਇਹੋ ਜਿਹਾ ਹੁੰਦਾ, ਪਰ ਬੇਵਸੀ ਸੁਨੀਲ ਜਾਖੜ ਦੀ ਇਹ ਰਹੀ ਕਿ ਉਸ ਵਕਤ ਉਹ ਬੋਲ ਹੀ ਨਹੀਂ ਸਕਦਾ ਕਿਉਂਕਿ ਉਹਦੇ ਉੱਤੇ ਅਸੀਂ ਕਹਿ ਸਕਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਛੱਪਾ ਇੰਨਾ ਹੀ ਕਿ ਉਹ ਖੁਦ ਜਾਂ ਕੋਈ ਵੀ ਇਹੋ ਜਿਹੀ ਗੱਲ ਜਿਹੜੀ ਉਹ ਕਰ ਨਹੀਂ ਸੀ ਸਕਦੇ। ਤਾਂ ਕੱਲ੍ਹ ਜੋ ਕੁਝ ਬੋਲਿਆ ਤਾਂ ਉਹਨਾਂ ਨੇ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਹਰ ਉਹ ਜਿਹੜੀ ਸਥਿਤੀ ਆ ਉਹ ਬਿਆਨ ਜਿਹੜੀ ਕਰਕੇ ਰੱਖਦੀ। ਵੇਖੋ ਕਿ ਜੇਕਰ ਤੁਸੀਂ ਚੱਲਣਾ ਤਾਂ ਤੁਹਾਨੂੰ ਹਰ ਚੀਜ਼ ਜਿਹੜਾ ਦੋਸਤ ਹੈ ਦੋਸਤ ਦੀ ਪਛਾਣ ਕਰਨੀ ਪਊਗੀ, ਜਿਹੜਾ ਮਿੱਤਰ ਹੈ ਉਹ ਮਿੱਤਰ ਦੀ ਪਛਾਣ ਜਿਹੜੀ ਕਰਨੀ ਪਏਗੀ। ਤਾਂ ਨਵਜੋਤ ਸਿੰਘ ਨੂੰ ਜਿਹੜਾ ਵੇਖੋ ਇੰਨੀ ਗੱਲ ਆ ਕਿ ਜਿਸ ਦਿਨ ਦਾ ਉਹ ਪਹਿਲੇ ਦਿਨ ਤੋਂ ਚੱਲਦਾ ਪਿਆ ਤਾਂ ਉਹ ਵੀ ਕੱਚੀਆਂ ਗੋਲੀਆਂ ਤੇ ਰਾਜਨੀਤੀ ਦੀਆਂ ਖੇਡਿਆ ਨਹੀਂ ਹੈ। ਪਿਛਲੇ 25 ਸਾਲਾਂ ਦੇ ਜੀਵਨ ਦੇ ਵਿੱਚ ਨਵਜੋਤ ਸਿੱਧੂ ਇੰਨਾ ਕੁ ਸਿਆਣਾ ਹੋ ਗਿਆ, ਉਹਨੂੰ ਦੋਸਤ ਔਰ ਮਿੱਤਰ ਦੀ, ਦੁਸ਼ਮਣ ਔਰ ਮਿੱਤਰ ਦੀ ਜਾਂ ਪਛਾਣ ਜਿਹੜੀ ਉਹ ਹੈ ਹੀ ਆ। ਤਾਂ ਜੇਕਰ ਇਹੋ ਜਿਹੇ ਸੰਦਰਭਾਂ ਦੇ ਵਿੱਚ ਉਹਨੇ ਸੁਣ ਸਾਰਿਆਂ ਦੀ ਲਈ ਹੈ, ਪਰ ਨਵਜੋਤ ਸਿੰਘ ਸਿੱਧੂ ਦੀ ਖਾਸੀਅਤ ਇਹ ਆ ਕਿ ਉਹ ਸਾਰੇ ਬੰਦਿਆਂ ਨੂੰ ਨਾਲ ਲੈ ਕੇ ਚੱਲ ਰਿਹਾ। ਗੱਲ ਜਿਹੜੀ ਸੁਨੀਲ ਜਾਖੜ ਦੇ ਹਰ ਬਿਆਨ ਦੀ ਤੁਸੀਂ ਗੱਲ ਕੀਤੀ, ਤੁਹਾਨੂੰ ਖਾਸ ਤੌਰ ਤੇ ਇੱਕ ਬਿਆਨ ਇਹ ਵੀ ਸੁਖਵਿੰਦਰ ਜੀ ਤੁਹਾਨੂੰ ਚਰਚਾ ਕਰਨੀ ਚਾਹੀਦੀ ਸੀ ਕਿ ਜਿਹੜੀ ਉਹਨੇ ਗੱਲ ਕਹੀ
ਕਿ ਅਕਾਲੀਆਂ ਨੂੰ ਰੈੱਡ ਕਾਰਪਟ ਮਾਰ ਗਿਆ ਔਰ ਕਾਂਗਰਸ ਨੂੰ ਜਿਹੜਾ ਰੈੱਡ ਪ੍ਰੈਕਟਿਸ ਮਾਰ ਗਿਆ, ਰੈੱਡ ਟੇਪ ਮਾਰ ਗਿਆ ਤਾਂ ਲਾਲ ਫੀਤਾ ਸ਼ਰੀਕਾ। ਇਹ ਬੜਾ ਵੱਡਾ। ਔਰ ਦੇਖੋ ਜਿਸ ਤਰ੍ਹਾਂ ਉਹ ਗੱਲ ਕਰ ਮੇਰੀ 20 ਸਾਲਾਂ ਦੀ ਯਾਰੀ ਹੈ, ਤਾਂ 20 ਸਾਲਾਂ ਦੀ ਯਾਰੀ ਤੋਂ ਬਾਅਦ ਜਿਸ ਤਰੀਕੇ ਨਾਲ ਕੈਪਟਨ ਸਰਕਾਰ ਨੂੰ ਉਹਨਾਂ ਨੇ ਕਟਹਿਰੇ ਵਿੱਚ ਖਿਲਾਰਿਆ ਔਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਗੱਲ ਕਹੀ, ਠੀਕ ਹੈ ਅਣਖੀ ਸਾਹਿਬ, ਉਹ ਕੋਈ ਨਵੀਂ ਗੱਲ ਨਹੀਂ ਜਾਖੜ ਵਾਸਤੇ, ਉਹ ਕੋਈ ਨਵੀਂ ਗੱਲ ਨਹੀਂ। ਮੀਟਿੰਗਾਂ ਦੇ ਵਿੱਚ ਵੀ ਜਾਖੜ ਪਬਲਿਕਲੀ ਵੀ ਜਿਹੜੇ ਅਫਸਰਾਂ ਨੂੰ ਉਹ ਚੱਕਦੇ ਰਹੇ ਆ, ਪਰ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਵਾਸਤੇ ਉਹਨਾਂ ਨੇ ਅੱਜ ਦੇ ਬਿਆਨ ਦੇ ਵਿੱਚ ਉਹ ਗੱਲ ਦੀ ਆਪਾਂ ਕੱਲ ਵੀ ਇਗਨੋਰ ਵੀ ਜੇ ਕਰ ਦਈਏ, ਇਗਨੋਰ ਚਲੋ ਕਰਨੀ ਬਣਦੀ ਨਹੀਂ, ਕੋਈ ਵੱਡੀ ਗੱਲ ਸੀ ਜਿਹੜੀ ਤੁਸੀਂ ਵੀ ਦੱਸ ਰਹੇ ਹੋ, ਪਰ ਉਹ ਇਸ ਗੱਲ ਕਰਕੇ ਮੈਂ ਕਹਿ ਰਿਹਾ ਕਿਉਂਕਿ ਅਫਸਰਾਂ ਦੀ ਗੱਲ ਕਰ ਰਹੇ ਸੀ, ਅਫਸਰਾਂ ਦੇ ਪਹਿਲਾਂ ਵੀ ਗੱਲ ਕਰ ਰਹੇ, ਪਰ ਜਿਸ ਤਰੀਕੇ ਦੇ ਨਾਲ ਅੱਜ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸਿੱਧੇ ਤੌਰ ਤੇ ਉਹਨਾਂ ਨੇ ਨਸੀਹਤ ਦਿੱਤੀ ਹੈ ਕਿ ਮੈਂ ਭਾਈ ਨਵਜੋਤ ਸਿੰਘ ਸਿੱਧੂ ਨੂੰ ਜਾਣੂ ਕਰਾਤਾ ਕਿ ਆਹ ਬੰਦੇ ਅਕਾਲੀ ਦਲ ਦੇ ਟੱਚ 'ਚ ਆ, ਆਹ ਬੰਦੇ ਜਿਹੜੇ ਆ ਅਮਿਤ ਸ਼ਾਹ ਦੇ ਟੱਚ 'ਚ ਆ, ਹੁਣ ਤੂੰ ਦੇਖ ਲੈ ਵੀ ਕਰਨਾ ਕੀ ਆ। ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜੀ ਨਵੀਂ ਨਸੀਹਤ ਦਿੱਤੀ ਗਈ ਹੈ ਉਹ ਹੁਣ ਸਬੂਤ ਤੋਂ ਬਿਨਾਂ ਉਹਨਾਂ ਤੋਂ ਪੁੱਛਗਿੱਛ ਕਰੇ ਜਾਂ ਫਿਰ ਸੁਨੀਲ ਜਾਖੜ ਦੀ ਮੰਨ ਕੇ ਉਹਨਾਂ ਤੇ ਕੋਈ ਕਾਰਵਾਈ ਕਰੇ? ਦੇਖੋ ਸੁਖਵਿੰਦਰ ਜੀ, ਜੋ ਮਰਜ਼ੀ ਨਵਜੋਤ ਸਿੱਧੂ ਮਤਲਬ ਰਾਜਨੀਤੀ ਦੀਆਂ ਗੋਟੀਆਂ ਪੂਰਨ ਤੌਰ ਤੇ ਉਹ ਖੇਡਦੇ ਰਹੇ ਆ, ਮਤਲਬ ਪਤਾ ਉਹਨਾਂ ਨੂੰ ਜਿਹੜੇ ਨਿਆਣੇ ਹੈ ਨਹੀਂ ਆ। ਤੁਹਾਡੀ ਗੱਲ ਪੂਰਨ ਤੌਰ ਤੇ ਬੜੀ ਵਧੀਆ ਮੈਨੂੰ ਲੱਗੀ ਹੈ ਕਿ ਸ਼ਾਇਦ ਕਿ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕੈਂਪ ਦੀ ਕੋਈ ਸਾਜ਼ਿਸ਼ ਤਾਂ ਨਹੀਂ ਕਿ ਕਿਸੇ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਉਸ ਚਾਲ ਦੇ ਵਿੱਚ ਫਸਾ ਦਿੱਤਾ ਜਾਵੇ, ਕਿਉਂਕਿ 58 ਜਾਂ 59 ਜਿਹੜੇ 59 ਜਿਹੜੇ ਐਮਐਲਏ ਦਾ ਸਾਥ ਜਿਹੜਾ ਉਹਨਾਂ ਨੂੰ ਪ੍ਰਾਪਤ ਹੈ, ਤਾਂ ਉਹਨਾਂ ਦੇ ਵਿੱਚੋਂ ਕਿਸ ਤਰੀਕੇ ਨਾਲ ਉਹ ਸ਼ਾਂਤੀ ਕਰਨਗੇ ਜਾਂ ਕਿਸ ਤਰੀਕੇ ਨਾਲ ਜੇਕਰ ਇੱਦਾਂ ਦਾ ਪਤਾ ਲੱਗਦਾ ਤਾਂ ਬੜਾ ਵਧੀਆ ਪ੍ਰਸ਼ਨ ਤੁਹਾਡਾ ਹੈਗਾ ਕਿ ਜੇਕਰ ਸੁਨੀਲ ਜਾਖੜ ਜੀ ਤੁਹਾਨੂੰ ਅਗਰ ਇਸ ਗੱਲ ਦਾ ਪਤਾ ਹੀ ਤਾਂ ਫਿਰ ਤੁਸੀਂ ਕੋਈ ਕਾਰਵਾਈ ਕਿਉਂ ਨਾ ਕੀਤੀ, ਤੁਸੀਂ ਫਿਰ ਉਸ ਵਕਤ ਕਿਉਂ ਨਾ ਕੋਈ ਐਕਸ਼ਨ ਲਿਆ? ਨਵਜੋਤ ਸਿੱਧੂ ਤੇ ਪਾਲੀ ਵਿੱਚ ਗੇਂਦ ਸੁੱਟ ਕੇ ਕੀ ਤੁਸੀਂ ਤਮਾਸ਼ਾ ਵੇਖਣਾ ਚਾਹੁੰਦੇ ਜੇ? ਕੱਲ ਤਾਂ ਤੁਸੀਂ ਬੜੀਆਂ ਆਪਣੇ ਆਪ ਨੂੰ ਜੱਫੀਆਂ ਪਾ ਕੇ ਉਹਨਾਂ ਨਾਲ ਫੋਟੋਆਂ ਖਿਚਾ ਰਹੇ ਸੀ ਤੇ ਇਹਦਾ ਮਤਲਬ ਜਾਣ ਬੁੱਝ ਕੇ ਉਹਨਾਂ ਵਾਸਤੇ ਸਟ੍ਰਿੰਗ ਕ੍ਰੀਏਟ ਕਰ ਰਹੇ ਜੀ। ਜੇਕਰ ਤੁਹਾਨੂੰ ਪਤਾ ਸੀ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਪਤਾ ਸੀ, ਤੇ ਜੇਕਰ ਉਸ ਵਕਤ ਤੁਸੀਂ ਬਤੌਰ ਪ੍ਰਧਾਨ ਹੁੰਦੇ ਆ ਅਸਲੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਫਿਰ ਤਾਂ ਅੱਜ ਕੱਲ ਤੁਸੀਂ ਜਿਹੜਾ ਲੈਕਚਰ ਦਿੱਤਾ ਉਹ ਵੀ ਤੁਹਾਡਾ ਦੇਣਾ ਨਹੀਂ ਸੀ ਬਣਦਾ। ਕਹਿਣ ਦਾ ਅਰਥ ਇਹ ਆ ਕਿ ਸੁਨੀਲ ਜਾਖੜ ਜੇਕਰ ਇਹੋ ਜਿਹੀ ਗੱਲਬਾਤ ਕਰ ਰਿਹਾ ਤਾਂ ਇਹ ਫਿਰ ਕੁਦਰਤੀ ਤੌਰ ਤੇ ਰਾਜਨੀਤਿਕ ਹਿੱਤਾਂ ਤੋਂ ਪ੍ਰੇਰਿਤ ਆ। ਕਿਉਂਕਿ ਵੇਖੋ ਇੱਕ ਗੱਲ ਸੁਖਵਿੰਦਰ ਜੀ ਤੁਹਾਡੇ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿ ਉਹਦਾ ਦਰਦ ਜਿਹੜਾ ਝਲਕਦਾ ਸੀ ਇਸ ਕੋਲੋਂ ਝਲਕਦਾ ਸੀ, ਉਹਨੇ ਕਿਸੇ ਨੂੰ ਨਹੀਂ ਬਖਸ਼ਿਆ ਕਿ ਮੈਨੂੰ ਮਨਾਉਣ ਨਹੀਂ ਕੋਈ ਆਇਆ, ਇਹ ਨਹੀਂ ਆਇਆ, ਉਹ ਨਹੀਂ ਆਇਆ। ਜੇਕਰ ਤੂੰ ਹੁਣ ਸ਼ਾਨ ਸ਼ੌਕ ਤਰੀਕੇ ਨਾਲ ਤੁਸੀਂ ਸਾਈਡ ਤੇ ਹੋ ਰਹੇ ਜੇ ਤਾਂ ਕੁਦਰਤੀ ਤੌਰ ਤੇ ਤੁਸੀਂ ਉਸ ਚੀਜ਼ ਨੂੰ ਸਤਿਕਾਰ ਕਰੋ। ਉਹ ਵੀ ਹੋ ਗਿਆ, ਕੱਲ ਦੀ ਗੱਲ ਵੀ ਹੋ ਗਈ। ਤਾਂ ਜੇਕਰ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਸੀ ਤਾਂ ਫਿਰ ਇਹ ਗੱਲਾਂ ਤੁਸੀਂ ਕੈਪਟਨ ਅਮਰਿੰਦਰ ਅਣਖੀ ਸਾਹਿਬ ਤੁਹਾਡਾ ਤਜਰਬਾ ਬੜਾ ਜ਼ਿਆਦਾ ਕਿਉਂਕਿ ਉਮਰ 'ਚ ਵੀ ਤੁਸੀਂ ਮੇਰੇ ਤੋਂ ਕਾਫੀ ਵੱਡੇ ਹੋ, ਪ੍ਰਧਾਨ ਰੁੱਸਿਆਂ ਨੂੰ ਮਨਾਉਣ ਜਾਂਦਾ ਹੁੰਦਾ ਜਾਂ ਫਿਰ ਪ੍ਰਧਾਨ ਹੀ ਰੁੱਸ ਕੇ ਬਹਿ ਜਾਂਦਾ ਹੁੰਦਾ, ਉਹਨੂੰ ਦੂਜੇ ਲੀਡਰ ਮਨਾਉਣ ਜਾਣ? ਬਿਲਕੁਲ ਜੀ, ਬਿਲਕੁਲ ਬਹੁਤ ਵਧੀਆ ਗੱਲ ਕੀਤੀ ਕਿ ਉਹਨੂੰ ਮਤਲਬ ਪ੍ਰਧਾਨ ਦੀ ਜ਼ਿੰਮੇਵਾਰੀ ਇਹ ਹੈ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ। ਤਾਂ ਜਦੋਂ ਤੁਸੀਂ ਆਪ ਹੀ ਰੁੱਸ ਕੇ ਬਹਿ ਗਏ ਤਾਂ ਫਿਰ ਤਾਂ ਕੰਮ ਹੀ ਖਤਮ ਹੋ ਗਿਆ, ਫਿਰ ਤਾਂ ਸੋਹਣੀ ਗੱਲ ਤੇ ਤੁਹਾਨੂੰ ਮਨਾਉਣ ਆ ਸਕਦੀ ਹੈ। ਤਾਂ ਪੂਰਨ ਤੌਰ ਤੇ ਜਿਹੜੀ ਆ ਤੁਹਾਡੀ ਗੱਲ ਮੈਨੂੰ ਬੜੀ ਵਧੀਆ ਲੱਗੀ ਹੈ, ਕਿਉਂਕਿ ਇਸ ਗੱਲ ਨੂੰ ਗਹਿਰਾਈ ਨਾਲ ਵੇਖੀਏ। ਮੈਂ ਤਾਂ ਪ੍ਰਧਾਨ ਨੂੰ ਮਨਾਉਣ ਜਾਂ ਨਾ ਮਨਾਉਣ ਦੀ ਵੀ ਗੱਲ ਛੱਡੋ, ਕਹਿਣ ਦਾ ਮਤਲਬ ਕਿ ਜੇਕਰ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਸੀ, ਜਦੋਂ ਤੁਹਾਨੂੰ ਪਤਾ ਸੀ ਕਿ ਕਿਹੜਾ ਬੰਦਾ ਕਿੱਧਰ ਜਾ ਰਿਹਾ ਕਿੱਧਰ ਨਹੀਂ ਜਾ ਰਿਹਾ, ਕੱਲ 12 ਵਜੇ ਤੱਕ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਨੇ ਹਸਤਾਖਰ ਨਹੀਂ ਸਥਾਨ ਕੀਤੇ ਪ੍ਰਧਾਨਗੀ ਪਾਤੇ, ਉਦੋਂ ਤੱਕ ਤਾਂ ਤੁਹਾਡੇ ਕੋਲ ਪੂਰਨ ਤੌਰ ਤੇ ਅਧਿਕਾਰ ਸੀ ਜਿਹਨੂੰ ਮਰਜ਼ੀ ਛੱਡ ਦਿੰਦੇ। ਤਾਂ ਜਾਣ ਬੁੱਝ ਕੇ ਇਹੋ ਜਿਹੀਆਂ ਸਥਿਤੀਆਂ ਉਦੋਂ ਕ੍ਰੀਏਟ ਕਰਦੀਆਂ ਕਿ ਜਦੋਂ ਬੰਦਾ ਅਜੇ ਆਪਣੇ ਪ੍ਰਧਾਨਗੀ ਪਦ ਨੂੰ ਲੈ ਕੇ ਆਪਣੇ ਘਰੋਂ ਬਾਅਦ ਚ ਗਿਆ। ਨਵਜੋਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਲੁਧਿਆਣੇ ਗਿਆ ਔਰ ਉਹਨਾਂ ਕਾਂਗਰਸੀ ਵਰਕਰਾਂ ਨੇ ਪਤਾ ਲੈਣ ਗਿਆ ਕਿ ਜਿਹੜੇ ਉਹਨਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਅਹੁਦਾ ਚੁੱਕ ਸਮਾਗਮ ਦੇ ਵਿੱਚ ਜਿਹੜਾ ਹਿੱਸਾ ਲੈਣ ਆ ਰਹੇ ਸੀ ਤਾਂ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ। ਤਾਂ ਇਸ ਤੋਂ ਵੱਡੀ ਇਹੋ ਜਿਹਾ ਪ੍ਰਧਾਨ ਦੀ ਤੁਸੀਂ ਭੂਮਿਕਾ ਕਦੀ ਵੇਖੀ? ਚੰਗੀ ਗੱਲ ਹੈ, ਬਿਲਕੁਲ। ਕਿਤੇ ਨਾ ਕਿਤੇ ਸੁਨੀਲ ਜਾਖੜ ਤੇ ਵੀ ਇਹ ਵੀ ਸਵਾਲ ਖੜੇ ਹੁੰਦੇ ਆ। ਸੁਨੀਲ ਜਾਖੜ ਜੋ ਇਹ ਗੱਲ ਕਹਿ ਰਿਹਾ ਕਿ ਮੈਨੂੰ ਕੋਈ ਮਨਾਉਣ ਨਹੀਂ ਆਇਆ, ਖੁਦ ਸੁਨੀਲ ਜਾਖੜ ਦੱਸਣ ਕਿ ਉਹ ਪ੍ਰਧਾਨਗੀ ਸਾਂਭਣ ਤੋਂ ਬਾਅਦ ਕਿੰਨੀ ਵਾਰੀ ਸ਼ਮਸ਼ੇਰ ਸਿੰਘ ਦੂਲੋ ਨੂੰ ਮਨਾਉਣ ਗਏ, ਕਿੰਨੀ ਵਾਰੀ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸ ਵਿੱਚ ਸੁਲ੍ਹਾ ਕਰਾਉਣ ਦੇ ਲਈ ਉਹਨਾਂ ਨੇ ਕਦਮ ਚੁੱਕੇ, ਕਿੰਨੀ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਉਹ ਲੈਣ ਗਏ। ਹੋਰ ਲੀਡਰ ਜਿਹੜੇ ਪੁਰਾਣੇ ਰੁੱਸੇ ਹੋਏ ਨੇ, ਵਰਕਰਾਂ ਦੀ ਵੀ ਬੜੀ ਸ਼ਿਕਾਇਤ ਹੈ ਕਿ ਸੁਨੀਲ ਜਾਖੜ ਨਹੀਂ ਸੀ ਮਿਲਦੇ, ਸੁਨੀਲ ਜਾਖੜ ਗੱਲ ਨਹੀਂ ਸੀ ਸੁਣਦੇ। ਉਹ ਕਹਿੰਦੇ ਕਿ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਉਹ ਤਾਂ ਫਿਰ ਸਿਰਫ ਨਾਮ ਦੇ ਪ੍ਰਧਾਨ ਸੀ। ਕਹਿੰਦੇ ਸੁਨੀਲ ਜਾਖੜ ਇੱਕ ਪ੍ਰਧਾਨ ਦੇ ਤੌਰ ਤੇ ਡੰਮੀ ਸੀ, ਪਰ ਜਿਹੜਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਸੀ, ਉਹ ਜਿਹੜਾ ਜੋ ਕੁਝ ਵੀ ਕਰਨਾ ਹੁੰਦਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੀ ਕਰ ਰਹੇ ਸੀ। ਤਾਂ ਫਿਰ ਸੁਨੀਲ ਜਾਖੜ ਤੇ ਵੀ ਆਪਣੇ ਆਪ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਬਿਲਕੁਲ, ਬਹੁਤ ਵਧੀਆ ਸਿੱਧੂ ਸਾਹਿਬ ਤੁਸੀਂ ਉਸ ਗੱਲ ਨੂੰ ਪਰਿਭਾਸ਼ਿਤ ਕੀਤਾ ਕਿ ਵਾਕਿਆ ਹੀ ਮੈਂ ਤਾਂ ਸ਼ਾਇਦ ਇਹ ਸ਼ਬਦ ਨਾ ਪਤਾ ਦਾ ਮੈਂ ਇੰਨੀ ਗੱਲ ਕਹਿ ਸਕਦਾ ਕਿ ਸੁਨੀਲ ਜਾਖੜ ਇੱਕ ਕਮਜ਼ੋਰ ਪ੍ਰਧਾਨ ਰਹੇ।
ਤਾਂ ਤੁਸੀਂ ਤੇ हाँ, मैं यही गल माफ करना, मैं फिर तुहानूं रोकण लग्या क्योंकि कुछ लोग जिहड़े चाहे वो सियासी तौर ते होण, चाहे वो अपने वांग कुछ पत्रकार होण, चाहे वो जिहड़े राजनीति नूं बड़ी चंगी तरह समझदे होण, ਉਹ ਇਹੀ ਗੱਲ ਕਹਿੰਦੇ ਆ ਕਿ ਅੱਜ ਜੋ ਪੰਜਾਬ ਕਾਂਗਰਸ ਦੇ ਵਿੱਚ ਖਾਨਾ ਜੰਗੀ ਸ਼ੁਰੂ ਹੋਈ ਹੈ, ਇਹਦੀ ਜੜ ਹੀ ਸੁਨੀਲ ਜਾਖੜ ਨੇ। ਜੇਕਰ ਸੁਨੀਲ ਜਾਖੜ ਨੇ ਆਪਣੇ ਪ੍ਰਧਾਨ ਦਾ ਰੁਤਬਾ ਸਹੀ ਤਰੀਕੇ ਨਾਲ ਵਰਤਿਆ ਹੁੰਦਾ, ਪ੍ਰਧਾਨ ਦੀ ਪਾਵਰ ਸਹੀ ਤਰੀਕੇ ਨਾਲ ਵਰਤੀ ਹੁੰਦੀ, ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਨਾ ਚੱਲਦੇ ਹੁੰਦੇ, ਕੈਪਟਨ ਅਮਰਿੰਦਰ ਸਿੰਘ ਦੀ ਰਬੜ ਦੀ ਮੋਹਰ ਨਾ ਬਣਦੇ, ਤਾਂ ਸ਼ਾਇਦ ਅੱਜ ਕਾਂਗਰਸ ਖੇਰੂ ਖੇਰੂ ਨਹੀਂ ਸੀ ਹੋਣੀ। ਤਾਂ ਸ਼ਾਇਦ ਕਾਂਗਰਸ ਦੇ ਵਿੱਚ ਜਿਹੜਾ ਖਾਨਾ ਜੰਗੀ ਚੱਲ ਰਹੀ ਆ, ਇਹ ਨਹੀਂ ਸੀ ਹੋਣੀ। ਅੱਜ ਕਾਂਗਰਸ ਦੇ ਜਿਹੜੇ ਕੁਝ ਜਿਹੜੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇ, ਇਹ ਸ਼ਾਇਦ ਨਾ ਖੜੀਆਂ ਹੁੰਦੀਆਂ ਜੇਕਰ ਸੁਨੀਲ ਜਾਖੜ ਨੇ ਆਪਣੀ ਭੂਮਿਕਾ ਜਿਹੜੀ ਸਹੀ ਤੌਰ ਤੇ ਨਿਭਾਈ ਹੁੰਦੀ। ਬਿਲਕੁਲ ਸਿੱਧੂ ਸਾਹਿਬ, ਬਿਲਕੁਲ ਤੁਸੀਂ ਠੀਕ ਆ, ਇਹ ਨਹੀਂ ਗੱਲ ਕਹਿ ਰਹੇ ਜੀ। ਮੈਂ ਤਾਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਸੁਨੀਲ ਜਾਖੜ ਜੇਕਰ ਆਪਣੇ ਕਾਰਜਕਾਲ ਦੇ ਸਮੇਂ ਦੇ ਦੌਰਾਨ ਜਿਹੜਾ ਅਜੋਕਾ 2019 ਤੋਂ ਲੈ ਕੇ ਜੇਕਰ ਅੱਜ ਤੱਕ ਦਾ ਸਮਾਂ ਦੇਖਿਆ ਜਾਵੇ ਤਾਂ ਸਭ ਤੋਂ ਕਮਜ਼ੋਰ ਜਿਹੜੇ ਉਹ ਪ੍ਰਧਾਨ ਰਹੇ ਆ, ਕਿਉਂਕਿ ਉਹ ਚੱਲੀ ਨਹੀਂ। ਨੰਬਰ 2, ਕੈਪਟਨ ਦੇ ਰਹਿਮੋ ਕਰਮ ਤੇ ਜਿਸ ਤਰੀਕੇ ਨਾਲ ਇੱਕ ਵਾਰੀ ਉਹਨਾਂ ਨੇ ਆਪਣਾ ਅਸਤੀਫਾ ਪੇਸ਼ ਕੀਤਾ, ਤਾਂ ਕੈਪਟਨ ਸਾਹਿਬ ਨੇ ਕਹਿ ਦਿੱਤਾ ਕਿ ਨਹੀਂ, ਅਸਤੀਫਾ ਇਹਦਾ ਮਨਜ਼ੂਰ ਨਹੀਂ ਹੋਵੇਗਾ, ਆਪਾਂ ਇਹੋ ਪ੍ਰਧਾਨ ਰਹਿਣਾ। ਕਿਉਂਕਿ ਅਮਰਿੰਦਰ ਸਿੰਘ ਹੋਣਾ ਲਈ ਇੱਕ ਜਿਹੜੀ ਚਾਲ ਰਹੀ ਹੈ ਜਾਂ ਇੱਕ ਉਹਨਾਂ ਦੀ ਗਤੀ ਕਾਰਜਸ਼ੈਲੀ ਹੈ, ਉਹਨਾਂ ਨੇ ਆਪਣੇ ਸਮੇਂ ਦੇ ਆਪਣੇ ਕਾਰਜਕਾਲ ਦੇ ਸਮੇਂ ਦੇ ਦੌਰਾਨ ਨਾ ਤਾਂ ਕੋਈ ਪ੍ਰਧਾਨ ਉੱਠਣ ਦਿੱਤਾ ਤਾਂ ਨਾ ਹੀ ਕੋਈ ਲੀਡਰ ਬਣ ਦਿੱਤਾ। ਤਾਂ ਸੁਨੀਲ ਜਾਖੜ ਤਾਂ ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਰਹਿਮੋ ਕਰਮ ਤੇ ਹੁੰਦੇ ਸੀ, ਔਰ ਉਹਨਾਂ ਨੇ ਆਪਣੀ ਭੂਮਿਕਾ ਜਿਹੜੀ ਇੱਕ ਵਫਾਦਾਰੀ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸੰਗ ਵਿੱਚ ਨਿਭਾਈ। ਬੇਸ਼ੱਕ ਕਾਂਗਰਸ ਪਾਰਟੀ ਠੱਠੇ ਖੂਜ ਪਵੇ, ਜੋ ਮਰਜ਼ੀ ਹੋਏ, ਧੜੇਬੰਦੀ ਹੋਵੇ। ਇੱਥੇ ਆਪਾਂ ਇੱਥੇ ਦਰਸ਼ਕਾਂ ਨੂੰ ਹੋਰ ਗੱਲ ਦੱਸ ਦਈਏ ਕਿ ਹੁਣੇ ਦੀ ਤਾਜ਼ੀ ਖਬਰ ਹੈ, ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤ ਸਾਰੇ ਲੋਕ ਸਮਝਦੇ ਸੀ ਕਿ ਬੜੀ 36 ਦਾ ਅੰਕੜਾ ਹੈ ਭਾਰਤ ਭੂਸ਼ਣ ਆਸ਼ੂ ਦੇ ਨਾਲ। ਆਪਾਂ ਜਾਣਦੇ ਹਾਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਿਵਾਦ ਸ਼ੁਰੂ ਹੋਇਆ ਤਾਂ ਉਹ ਭਾਰਤ ਭੂਸ਼ਣ ਆਸ਼ੂ ਦੀ ਇੱਕ ਡੀਐਸਪੀ ਦੇ ਨਾਲ ਆਡੀਓ ਵਾਇਰਲ ਹੋਣ ਤੋਂ ਬਾਅਦ ਹੀ ਜਿਹੜਾ ਸ਼ੁਰੂ ਹੋਇਆ ਸੀ। ਸਾਰੇ ਜਾਣਦੇ ਸੀ ਕਿ ਭਾਰਤ ਭੂਸ਼ਣ ਆਸ਼ੂ ਇਸ ਤੌਰ ਤੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੀ ਬਣਦੀ ਨਹੀਂ, ਪਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਥੋੜੀ ਦੇਰ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਵਿੱਚ ਉਹਨਾਂ ਨੂੰ ਮਿਲਣ ਲਈ ਪਹੁੰਚੇ ਨੇ। ਇਹ ਹੁੰਦਾ ਪ੍ਰਧਾਨਗੀ ਵਾਲਾ ਕੰਮ। ਜੇਕਰ ਸੁਨੀਲ ਜਾਖੜ ਨੇ ਇਸ ਤਰੀਕੇ ਦੇ ਨਾਲ ਕੰਮ ਕੀਤਾ ਹੁੰਦਾ, ਆਪਣੀ ਮਰਜ਼ੀ ਦੇ ਨਾਲ ਪਾਰਟੀ ਨੂੰ ਇਕੱਠਿਆਂ ਲੈ ਕੇ ਚੱਲਦੇ ਹੁੰਦੇ, ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਸੀ, ਜੇਕਰ ਉਹਨਾਂ ਨੂੰ ਵੀ ਨਾਰ ਲਾਇਆ ਹੁੰਦਾ, ਉਹਨਾਂ ਦੇ ਆਪ ਵਿਰੋਧੀ ਨਾ ਬਣਦੇ ਸੁਨੀਲ ਜਾਖੜ, ਤਾਂ ਅੱਜ ਪਾਰਟੀ ਦੀ ਸਥਿਤੀ ਕੁਝ ਹੋਰ ਹੋਣੀ ਸੀ। ਜੋ ਕੁਝ ਨਵਜੋਤ ਸਿੰਘ ਸਿੱਧੂ ਕਹਿ ਰਹੇ ਆ ਕਿ ਮੈਂ ਪਾਰਟੀ ਨੂੰ ਇਕੱਠਿਆਂ ਲੈ ਕੇ ਚੱਲੂਗਾ, ਅਸੀਂ ਵੀ ਦਰਸ਼ਕਾਂ ਨੂੰ ਦੱਸਦੇ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਰਹੇ ਆ ਕਿ ਪਾਰਟੀ ਨੂੰ ਇਕੱਠਿਆਂ ਲੈ ਕੇ ਚੱਲਾਂਗਾ। ਅੱਜ ਬੜੀ ਵੱਡੀ ਮਿਸਾਲ ਹੈ, ਕਿਉਂਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਲੋਕ ਸਮਝਦੇ ਸੀ ਕਿ ਭਾਰਤ ਭੂਸ਼ਣ ਆਸ਼ੂ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਬਣਦੀ ਨਹੀਂ, ਤੇ ਨਵਜੋਤ ਸਿੰਘ ਸਿੱਧੂ ਜਿਹੜਾ ਥੋੜੀ ਦੇਰ ਪਹਿਲਾਂ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਲੁਧਿਆਣਾ ਪਹੁੰਚੇ ਨੇ। ਦੇਖੋ ਸਿੱਧੂ ਸਾਹਿਬ, ਇੱਕ ਗੱਲ ਕੱਲ ਕਿ ਜਦੋਂ ਨਵਜੋਤ ਸਿੱਧੂ ਨੇ ਆਪਣੇ ਭਾਸ਼ਣ ਦੀ ਸਟਾਰਟ ਕੀਤਾ ਤਾਂ ਉਹਨਾਂ ਨੇ ਇੰਨੀ ਗੱਲ ਕੀਤੀ ਕਿ ਮੈਂ ਪ੍ਰਧਾਨ ਨਹੀਂ ਹਾਂ, ਕਾਂਗਰਸ ਦਾ ਹਰ ਵਰਕਰ ਜਿਹੜਾ ਉਹ ਪ੍ਰਧਾਨ ਦੇ ਰੂਪ ਦੇ ਵਿੱਚ ਸਾਹਮਣੇ ਤੇ ਮੈਂ ਉਹਦਾ ਸਤਿਕਾਰ ਕਰਦਾ। ਤਾਂ ਭਾਰਤ ਭੂਸ਼ਣ ਆਸ਼ੂ ਦੇ ਘਰ ਜਾਣਾ ਨਵਜੋਤ ਸਿੱਧੂ ਦਾ ਬੜੀ ਅਹਿਮੀਅਤ ਰੱਖਦਾ, ਕਿਉਂਕਿ ਇਹ ਵਕਤ ਦੋਵਾਂ ਦੇ ਵਿਚਕਾਰ ਇੱਕ ਛੱਤੀ ਦਾ ਜਿਹੜਾ ਅੰਕੜਾ ਮੌਜੂਦ ਰਿਹਾ। ਪਰ ਫਿਰ ਵੀ ਇਸ ਦੇ ਬਾਵਜੂਦ ਜੇਕਰ ਨਵਜੋਤ ਸਿੰਘ ਸਿੱਧੂ ਭਾਰਤ ਭੂਸ਼ਣ ਆਸ਼ੂ ਦੇ ਘਰ ਜਾ ਕੇ ਉਸ ਨੂੰ ਆਪਣੇ ਨਾਲ ਲੈ ਰਹੇ ਆ, ਤਾਂ ਬੜੀ ਵੱਡੀ ਜਿਹੜੀ ਉਹਨਾਂ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਜਿਹੜਾ ਸਿੰਬਲ, ਜਿਹੜਾ ਸੰਕੇਤ ਦਿੱਤਾ ਸੀ ਕਿ ਜਿਹੜਾ ਹਰ ਕਾਂਗਰਸੀ ਵਰਕਰ ਤੋਂ ਲੈ ਕੇ ਮੰਤਰੀ ਤੱਕ, ਮੈਂ ਉਸ ਬੰਦੇ ਨੂੰ ਨਾਲ ਲੈ ਕੇ ਤੁਰਾਂਗਾ ਜਿਹੜਾ ਕਾਂਗਰਸ ਨੂੰ ਮਜ਼ਬੂਤ ਕਰੇਗਾ ਤੇ ਜਿਹੜਾ ਕਾਂਗਰਸ ਦਾ ਬੇੜਾ ਕਰ ਕਰੇਗਾ। ਉਹ ਗੱਲ ਵੱਖਰੀ ਹੈ। ਜਿਸ ਤਰੀਕੇ ਦੀ ਗੱਲ ਜਿਹੜੀ ਤੁਸੀਂ ਕੀਤੀ, ਉਹ ਜਿਹੜੀ ਬੜੀ ਵਧੀਆ ਇੱਕ ਨਵੀਂ ਜਾਣਕਾਰੀ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਸੁਖਵਿੰਦਰ ਜੀ, ਮੈਂ ਗੱਲ ਜਿਹੜੀ ਫਿਰ ਉਹਦੇ ਤੇ ਆਉਣਾ, ਇਹ ਸੁਨੀਲ ਜਾਖੜ ਦੀ ਸਟੇਟਮੈਂਟ ਕਿ ਸੁਨੀਲ ਜਾਖੜ ਸਭ ਤੋਂ ਅਗਰ ਵੇਖਿਆ ਜਾਏ ਤਾਂ ਕਮਜ਼ੋਰ ਪ੍ਰਧਾਨ ਦੇ ਰੂਪ ਦੇ ਵਿੱਚ ਉਹ ਵਿਚਰਦਾ ਰਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਹਨੂੰ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਟਿਕਟ ਸੰਨੀ ਦੇ ਉਹਦੇ ਖਿਲਾਫ ਦਿੱਤੀ, ਤਾਂ ਕਿਸ ਤਰੀਕੇ ਨਾਲ ਪ੍ਰਤਾਪ ਬਾਜਵਾ ਦਾ ਜੋ ਵੀ ਉਸ ਵਕਤ ਉਹਨਾਂ ਦਾ ਆਪਣੇ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਟਾਰਗੇਟ ਪ੍ਰਤਾਪ ਸਿੰਘ ਬਾਜਵਾ ਸੀ। ਪਰ ਕਿਉਂਕਿ ਰਾਜੇ ਪਰਿਵਾਰ ਉਹਨਾਂ ਨੇ ਆਪਣੀ ਕੁਰਸੀ ਨੂੰ ਜਿਹੜਾ ਸਲਾਮਤ ਰੱਖਣਾ, ਉਹਨਾਂ ਵੱਲੋਂ ਕੋਈ ਮਤਲਬ ਜਿਸ ਤਰੀਕੇ ਨਾਲ ਮਰਜ਼ੀ ਜਾਵੇ ਉਹਨਾਂ ਦੀ ਗੱਲ ਉਹਨਾਂ ਨੇ ਉਦੋਂ ਤੱਕ ਸਲਾਮਤ ਜਿਹੜੀ ਰੱਖੀ ਹੁੰਦੀ ਹੈ। ਤਾਂ ਕਹਿਣ ਦਾ ਅਰਥ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਸੁਨੀਲ ਜਾਖੜ ਦੀ ਜਿਹੜੀ ਸਥਿਤੀ ਰਹੀ ਹੈ, ਜਦੋਂ ਉਹਨਾਂ ਦੀ ਕੋਈ ਸੁਣੀ ਨਹੀਂ ਗਈ, ਉਹਨਾਂ ਨੂੰ ਵੀ ਆਪਣੇ ਆਪ ਨੂੰ ਪਤਾ ਲੱਗ ਗਿਆ ਕਿ ਜਿਸ ਬੰਦੇ ਨਾਲ ਉਹਨਾਂ ਨੇ ਇੰਨੀ ਵਫਾਦਾਰੀ ਕਮਾਈ, ਉਹਨਾਂ ਨੇ ਵੀ ਉਹਦਾ ਕੱਖ ਨਹੀਂ ਸੁਣਿਆ। ਤਾਂ ਕਹਿਣ ਦਾ ਅਰਥ ਇਹ ਆ ਕਿ ਜੋ ਕੁਝ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਸੀਂ ਬਤੌਰ ਪ੍ਰਧਾਨ ਆਪਣੀ ਜ਼ਿੰਮੇਵਾਰੀ ਕਿਸ ਹੱਦ ਤੱਕ ਨਿਭਾਉਣ ਵਿੱਚ ਸਫਲ ਹੋਈ ਜੀ ਜਾਂ ਕਿਸ ਹੱਦ ਤੱਕ ਸਫਲ ਨਹੀਂ ਹੋਈ। ਤਾਂ ਜੇਕਰ ਨਹੀਂ ਹੋਈ ਤਾਂ ਫਿਰ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ, ਤੁਹਾਡਾ ਆਪਣਾ ਕਸੂਰ ਹੈ। ਤਾਂ ਗੱਲ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕੱਲ ਜਦੋਂ ਪ੍ਰਧਾਨਗੀ ਪਦ ਦੀ ਉਹਨਾਂ ਸਹੁੰ ਚੁੱਕਣੀ ਸੀ, ਅਹੁਦਾ ਸੰਭਾਲਣਾ ਸੀ, ਤਾਂ ਜਿਸ ਤਰੀਕੇ ਨਾਲ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਪਹੁੰਚੇ,
ਹਰ ਵਿਧਾਇਕ ਪਹੁੰਚਿਆ, ਹਰ ਮੰਤਰੀ ਪਹੁੰਚਿਆ। ਤਾਂ ਸਿੱਧੂ ਸਾਹਿਬ ਇਹੋ ਜਿਹਾ ਜਿਹੜਾ ਸਵਾਗਤ ਆ ਜਾਂ ਇਹੋ ਜਿਹਾ ਸਮਾਗਮ ਆ, ਮੈਂ ਆਪਣੇ ਪਿਛਲੇ 30 ਸਾਲਾਂ ਦੇ ਰਾਜਨੀਤੀ ਵਿੱਚ ਆਪਣੇ ਜਿਹੜਾ ਮੇਰਾ ਜੀਵਨ ਰਿਹਾ ਤਾਂ ਪੱਤਰਕਾਰੀ ਦਾ, ਮੈਂ ਨਹੀਂ ਕਦੀ ਵੇਖਿਆ ਇਹੋ ਜਿਹਾ ਜਿਹੜਾ ਹੁੰਦਾ ਆ। ਇਹ ਕੇਵਲ ਔਰ ਕੇਵਲ ਮੁੱਖ ਮੰਤਰੀ ਦਾ ਜਦੋਂ ਸਹੁੰ ਚੱਕ ਸਮਾਗਮ ਹੁੰਦਾ ਉਦੋਂ ਹੀ ਜਿਹੜੀ ਸਥਿਤੀ ਆ ਵੇਖਣ ਨੂੰ ਮਿਲਦੀ ਹੈ। ਤਾਂ ਇਸ ਵਕਤ ਜਿਹੜਾ ਸੁਨੀਲ ਜਾਖੜ ਦੇ ਬਿਆਨ ਦੀ ਆਪਾਂ ਚਰਚਾ ਕਰ ਰਹੇ ਕਿ ਉਹਨਾਂ ਨੇ ਇਸ ਤਰ੍ਹਾਂ ਕਿਹਾ, ਦੋ ਪ੍ਰਸ਼ਨ ਜਿਹੜੇ ਨੇ ਸੁਨੀਲ ਜਾਖੜ ਦੇ ਸੰਦਰਭ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਿ ਜਦੋਂ ਤੁਹਾਨੂੰ ਇਹ ਗੱਲ ਦਾ ਪਤਾ ਸੀ ਕਿ ਇੱਕ ਬੰਦਾ ਅਮਿਤ ਸ਼ਾਹ ਨੂੰ ਮਿਲਦਾ ਪਿਆ, ਦੂਜੇ ਬੰਦੇ ਮੀਟਿੰਗ ਦਾ ਕੰਮ ਕਰਦੇ ਪਏ ਅਕਾਲੀ ਦਲ ਦੀ, ਤੀਜੇ ਬੰਦੇ ਆਮ ਆਦਮੀ ਪਾਰਟੀ 'ਚ ਜਾ ਰਹੇ, ਤਾਂ ਫਿਰ ਤੁਸੀਂ ਕਿੱਥੇ ਖੜੇ? ਕਿ ਇਹ ਜਿਹੜੀਆਂ ਗੱਲਾਂ ਜਾਣ ਬੁੱਝ ਕੇ ਨਵਜੋਤ ਸਿੱਧੂ ਦੇ ਸੰਦਰਭ ਦੇ ਵਿੱਚ ਜਾਂ ਉਸਦੇ ਪ੍ਰਸੰਗ ਦੇ ਵਿੱਚ ਖੜੀਆਂ ਕਰ ਦੇਣੀਆਂ ਕਿ ਜਦੋਂ ਅਜੇ ਬੰਦੇ ਨੂੰ ਇੱਕ ਦਿਨ ਵੀ ਇਹੋ ਜਿਹੀ ਸਥਿਤੀ ਨੂੰ ਸੰਭਾਲਿਆ ਜੇ ਹੋਇਆ ਤੇ ਉਹ ਬੰਦਾ ਹਰ ਪੰਜਾਬ ਦੇ ਹਰ ਕਾਂਗਰਸੀ ਵਰਕਰ ਤੱਕ ਨਿੱਜੀ ਪੱਧਰ ਤੇ ਪਹੁੰਚ ਕਰ ਰਿਹਾ, ਅਪਰੋਚ ਕਰ ਰਿਹਾ ਔਰ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਡਿਆ। ਤੇ ਉਹਨਾਂ ਨੂੰ ਇੱਕ ਤੁਸੀਂ ਵੱਖਰੀ ਇੱਕ ਦਿਸ਼ਾ ਦੇ ਰਹੇ ਜੇ ਕਿ ਤੁਸੀਂ ਇਹ ਕਰ, ਤੁਸੀਂ ਉਹ ਕਰ। ਤੁਹਾਡੀ ਗੱਲ ਉਹੀ ਸੁਨੀਲ ਜਾਖੜ ਨੇ ਨਾ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਇਹਨਾਂ ਲੀਡਰਾਂ ਨੂੰ ਪਾਰਟੀ ਪੱਧਰ ਤੇ ਆ ਕੇ ਗੱਲ ਕਰਨੀ ਚਾਹੀਦੀ ਹੈ, ਇਹਨਾਂ ਲੀਡਰਾਂ ਨੂੰ ਬਾਹਰ ਨਹੀਂ ਸੀ ਬਿਆਨ ਦੇਣੇ ਚਾਹੀਦੇ। ਇਹ ਉਹੀ ਸੁਨੀਲ ਜਾਖੜ ਨੇ ਜਿਹੜੇ ਸਾਰਿਆਂ ਨੂੰ ਕਹਿੰਦੇ ਹੁੰਦੇ ਸੀ ਕਿ ਇਹਨਾਂ ਨੇ ਅਨੁਸ਼ਾਸਨਹੀਣਤਾ ਕੀਤੀ ਆ ਮੀਡੀਆ ਦੇ ਵਿੱਚ ਬਿਆਨ ਦੇ ਕੇ। ਤਾਂ ਹੁਣ ਖੁਦ ਕਿਉਂ ਨਹੀਂ ਅਨੁਸ਼ਾਸਨ ਨੂੰ ਸਮਝਦੇ ਸੁਨੀਲ ਜਾਖੜ? ਸੁਨੀਲ ਜਾਖੜ ਦੀ ਸਭ ਦੇਖੋ ਇੱਕ ਗੱਲ ਸਿੱਧੂ ਸਾਹਿਬ ਬੜੀ ਵਧੀਆ ਗੱਲ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਜ਼ਿਆਦਾ ਦੁੱਖ ਲੱਗਾ ਕਿ ਮੇਰੇ ਬਰਾਬਰ ਦੀ ਇੱਕ ਜਿਹੜੀ ਕੁਰਸੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ ਗਈ, ਤੇ ਦੂਜੇ ਪਾਸੇ ਜਿਸ ਬੰਦੇ ਥੱਲੇ ਉਹ ਕੁਰਸੀ ਖਿੱਚੀ ਜਾਣੀ ਹੈ ਤਾਂ ਕੁਦਰਤੀ ਤੌਰ ਤੇ ਦਰਦ ਤਾਂ ਸੁਖਵਿੰਦਰ ਜੀ ਉਹਨਾਂ ਨੂੰ ਪਤਾ ਹੀ ਆ। ਉਹ ਦਰਦ ਦੀ ਜਿਹੜੀ ਪੀੜਾ ਆ ਉਹ ਕਿਸੇ ਨਾ ਕਿਸੇ ਸ਼ਬਦਾਂ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਈ ਉਹ ਆ। ਚਿਹਰੇ ਤੇ ਨਾਲ ਲਿਆਉਣ ਦੀ ਕੋਸ਼ਿਸ਼, ਪਰ ਚਿਹਰੇ ਤੇ ਵੀ ਆਈ ਗਈ ਸੀ। ਪਰ ਆਖਰੀ ਸਵਾਲ ਹੈ, ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ, ਜਿਸ ਤਰੀਕੇ ਦੀ ਹੁਣ ਅੱਗ ਲਾਉਣ ਦੀ ਕੋਸ਼ਿਸ਼ ਸੁਨੀਲ ਜਾਖੜ ਕਰ ਰਹੇ ਨੇ, ਚਾਹੇ ਉਹ ਕਿਸੇ ਦੇ ਇਸ਼ਾਰੇ ਤੇ ਕਰ ਰਹੇ ਹੋਣ, ਚਾਹੇ ਆਪਣੇ ਵੱਲੋਂ ਕਰ ਰਹੇ ਹੋਣ, ਚਾਹੇ ਉਹ ਇਹ ਗੱਲ ਭੁੱਲ ਗਏ ਕਿ ਗੱਲਾਂ ਚੱਕਣ ਦੇ ਨਾਲ ਮੇਰੇ ਤੇ ਵੀ ਸਵਾਲ ਖੜੇ ਹੋਣਗੇ, ਪਰ ਜੋ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਇਸ ਸਭ ਦੇ ਵਿੱਚੋਂ ਨਿਕਲ ਪਾਉਣਗੇ, ਸਭ ਨੂੰ ਪਾਰ ਲੈ ਕੇ ਚੱਲ ਪਾਉਣਗੇ? ਕਿਤੇ ਨਵਜੋਤ ਸਿੰਘ ਸਿੱਧੂ ਵਾਸਤੇ ਕੋਈ ਮੁਸੀਬਤ ਖੜੀ ਕਰਨ ਦੀ ਕੋਸ਼ਿਸ਼ ਨਹੀਂ? ਸੁਖਵਿੰਦਰ ਜੀ, ਮੇਰਾ ਇਹ ਸਵਾਲ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ, ਇਹਦਾ ਜਵਾਬ ਜਿਹੜਾ ਬੜਾ ਲੰਮਾ ਤੇ ਇਹਦਾ ਧਿਆਨ ਨਾਲ ਸੁਣਨਾ, ਮੇਰੀ ਗੱਲ ਕੱਟੀ ਨਾ। ਪਹਿਲੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਇੰਨੀ ਗੱਲ ਕਹੀ ਆ ਕਿ ਸੁਨੀਲ ਜਾਖੜ ਨੇ ਇਹ ਬਿਆਨ ਜਿਹੜਾ ਦਿੱਤਾ ਤਾਂ ਨਵਜੋਤ ਸਿੱਧੂ ਵਾਸਤੇ ਕੋਈ ਸਮੱਸਿਆ ਨਾ ਪੈਦਾ ਕਰੇਗਾ। ਪਹਿਲੀ ਗੱਲ ਤਾਂ ਇਹ ਹੈ ਕਿ ਸੁਨੀਲ ਜਾਖੜ ਦਾ ਜਿਹੜਾ ਕੱਦ ਆ, ਹੁਣ ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਮੈਂ ਕਹਾਂ, ਸ਼ਾਇਦ ਮੇਰੇ ਦਰਸ਼ਕਾਂ ਨੂੰ ਕੁਝ ਪਸੰਦ ਵੀ ਨਾ ਆਵੇ, ਤੇ ਕੇਵਲ ਉਹਨਾਂ ਦਾ ਜਿਹੜਾ ਕੱਦ ਨਾ ਕੇਵਲ ਇੱਕ ਪੰਜਾਬ ਪ੍ਰਧਾਨਗੀ ਦੇ ਪਦ ਕਰਕੇ ਸੀ ਕਿ ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਹੈਗੇ ਆ। ਉਹ ਵੀ ਹੋਣਾ ਚਾਹੀਦਾ ਕਿ ਜਿੰਨਾ ਚਿਰ ਉਹ ਕੈਪਟਨ ਅਮਰਿੰਦਰ ਜਿਸ ਲੈਵਲ ਦਾ ਕੱਦ ਹੋਣਾ ਚਾਹੀਦਾ ਸੀ ਉਹਨਾਂ ਨਹੀਂ ਕਮਾ ਸਕੇ। ਨਹੀਂ ਕਮਾ ਸਕੇ, ਬਿਲਕੁਲ ਪੂਰਨ ਤੌਰ ਤੇ ਇਹ ਗੱਲ ਸੀ ਕਿ ਉਹ ਕੱਦ ਨਹੀਂ ਕਮਾ ਸਕੇ। ਕੇਵਲ ਉਹ ਜਿਹੜਾ ਇੱਕ ਸ਼ਬਦ ਵਰਤੇ ਡਮੀ ਪ੍ਰਧਾਨ ਸੀ, ਤਾਂ ਇਹਦੇ ਕਰਕੇ ਉਹਨਾਂ ਦੇ ਬਿਆਨ ਨੂੰ ਨਾ ਤਾਂ ਉਹਨਾਂ ਦੇ ਸੂਬਾ ਕਾਂਗਰਸ ਪ੍ਰਧਾਨ ਦੇ ਮੌਜੂਦਾ ਕਾਲ ਦੇ ਵਿੱਚ ਤੇ ਨਾ ਹੀ ਹੁਣ ਇਸ ਸਮੇਂ ਦੇ ਵਿੱਚ ਕੋਈ ਅਹਿਮੀਅਤ ਦਿੱਤੀ ਜਾਂਦੀ ਰਹੀ ਹੈ, ਤੇ ਨਾ ਹੀ ਕਿਸੇ ਨੇ ਸੁਣਨਾ। ਉਹ ਕੇਵਲ ਜਿਤਨਾ ਬੰਦਾ ਖਬਰਾਂ 'ਚ ਰਹਿਣ ਦਾ ਯਤਨ ਕਰਦਾ, ਇਸ ਤਰੀਕੇ ਨਾਲ ਹੋ ਸਕਦਾ। ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਕਿ ਕਿਸੇ ਦੇ ਇਸ਼ਾਰੇ ਦੀ, ਇਹ ਵੀ ਪੋਸੀਬਲ ਹੋ ਸਕਦਾ, ਕਿਉਂਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਣੀ ਜਿਸ ਤਰੀਕੇ ਨਾਲ ਕੱਲ ਨਵਜੋਤ ਸਿੱਧੂ ਹੋਣਾ ਨਾਲ ਬੈਠੇ, ਪਰ ਉਹਨਾਂ ਦੇ ਵਿਚਕਾਰ ਜਿਹੜੀ ਮਨ ਦੀ ਮਹਿਲ ਸੀ ਜਾਂ ਜਿਹੋ ਜਿਹੀਆਂ ਗੱਲਾਂ ਸੀ ਉਹ ਪੂਰਨ ਤੌਰ ਤੇ ਸਾਹਮਣੇ ਆ ਰਹੀਆਂ ਸੀ ਕਿ ਸੂਬੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣੀ ਨਾ ਖੁਸ਼ ਸੀ। ਤੇ ਜੇਕਰ ਅੱਜ ਦੇ ਸੰਦਰਭ ਤੇ ਸੁਨੀਲ ਜਾਖੜ ਦੇ ਬਿਆਨਾਂ ਦੀ ਗੱਲ ਕਰਾਂ ਤਾਂ ਮੈਨੂੰ ਉਹ ਵੀ ਨਹੀਂ ਲੱਗਦਾ ਕਿ ਦਰੋਂ ਉਹ ਵੀ ਨਵਜੋਤ ਸਿੱਧੂ ਨੂੰ ਖੁਸ਼ੀ ਦੇਣ ਦੀ ਜਾਂ ਵਧਾਈ ਦਿੱਤੀ ਹੈ, ਕਿਉਂਕਿ ਚਲੋ ਇੱਕ ਵੱਖਰੀ ਗੱਲ ਆ, ਪਰ ਕਹਿਣ ਦਾ ਅਰਥ ਇਹ ਆ ਕਿ ਜੋ ਵੀ ਮਰਜ਼ੀ ਹੋ ਜਾਵੇ, ਸੁਨੀਲ ਜਾਖੜ ਦੇ ਬਿਆਨ ਜਿਹੜੇ ਨਾ ਕੇਵਲ ਇਹ ਤਾਂ ਪਤਾ ਨਹੀਂ ਅਸੀਂ ਕਿਸ ਤਰੀਕੇ ਨਾਲ ਆਪਣੇ ਪ੍ਰੋਗਰਾਮ 'ਚ ਆਪਾਂ ਡਿਸਕਸ ਕਰ ਰਹੇ ਹਾਂ, ਸ਼ਾਇਦ ਕੱਲ੍ਹ ਦੀ ਅਖਬਾਰ ਦੇ ਵਿੱਚ ਉਹਨੂੰ ਕੋਈ ਵੀ ਇੱਕ ਸੈਕਿੰਡ ਦੇ ਵੀ ਇੱਕ ਲਾਈਨ ਦੀ ਵੀ ਜਿਹੜੀ ਆ ਉਹ ਅਹਿਮੀਅਤ ਜਿਹੜੀ ਨਹੀਂ ਮਿਲੀ, ਕਿਉਂਕਿ ਸੁਨੀਲ ਜਾਖੜ ਦੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਉਹ ਪਹਿਲਾਂ ਵੀ ਉਦਾਂ ਦੀ ਰਹੀ ਹੈ, ਅੱਜ ਵੀ ਉਦਾਂ ਦੀ ਰਹੀ ਹੈ। ਤੀਸਰੀ ਗੱਲ ਤੁਸੀਂ ਕਿਹਾ ਨਵਜੋਤ ਸਿੱਧੂ, ਕਿ ਨਵਜੋਤ ਸਿੱਧੂ ਨੂੰ ਕਾਹਦੀ ਪ੍ਰੋਬਲਮ? ਨਵਜੋਤ ਸਿੱਧੂ ਤੇ ਜੇ ਕੱਲ੍ਹ ਉਹਨੇ ਪ੍ਰਧਾਨਗੀ ਪਦ ਜੇ ਸੰਭਾਲਿਆ ਔਰ ਜਿਸ ਤਰੀਕੇ ਨਾਲ ਉਹ ਚੱਲਦਾ ਗਿਆ, ਜਿਸ ਤਰੀਕੇ ਨਾਲ ਉਹਨੇ ਗੱਲਾਂ ਬਾਤਾਂ ਲੋਕਾਂ ਨਾਲ, ਸਭ ਤੋਂ ਵੱਡੀ ਗੱਲ ਉਹਨਾਂ ਦੀ ਇਹ ਸੀ ਕਿ ਜਿਸ ਤਰੀਕੇ ਨਾਲ ਲੁਧਿਆਣੇ ਦੇ ਹਸਪਤਾਲ 'ਚ ਗਏ ਉਹ ਕੱਲੇ ਵਿਅਕਤੀ ਨੂੰ ਮਿਲੇ, ਕੱਲੇ ਆਪਣੀ ਕਾਂਗਰਸੀ ਵਰਕਰ ਨੂੰ, ਔਰ ਉਹਨਾਂ ਨਾਲ ਜਾ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਤਾਂ ਵੇਖੋ ਸਭ ਤੋਂ ਵੱਡੀ ਮੁਸੀਬਤ ਆ ਕੈਪਟਨ ਅਮਰਿੰਦਰ ਸਿੰਘ ਸੀ, ਜਿਹਨੇ ਇੰਨਾ ਵੱਡਾ ਐਲੀਗੇਸ਼ਨ ਲਾਤਾ ਕਿ ਨਵਜੋਤ ਸਿੱਧੂ ਨੂੰ ਜੇਕਰ ਤੁਸੀਂ ਕਾਂਗਰਸ ਦਾ ਪ੍ਰਧਾਨ ਬਣਾਉਂਦੇ ਤਾਂ ਕਾਂਗਰਸ ਲਈ ਦੋ ਫਾੜ ਹੋ ਸਕਦੀ ਹੈ, ਹਿੰਦੂ ਸਿੱਖ ਅਲੱਗ ਹੋ ਸਕਦੇ। ਤੇ ਤੁਸੀਂ ਕੱਲ੍ਹ ਦਾ ਤੁਸੀਂ ਪ੍ਰੋਗਰਾਮ ਦੇਖੋ, ਆਪਾਂ ਆਪਣੇ ਚੈਨਲ ਤੇ ਲਾਈਵ ਕੀਤਾ ਸੀ,
ਕਿਹੜੀ ਕਮਿਊਨਿਟੀ ਦਾ ਜਾਂ ਕਿਹੜੀ ਜਿਹੜਾ ਵਰਗ ਦਾ ਬੰਦਾ ਸੀ ਜਿਹੜਾ ਕੈਪਟਨ ਨਵਜੋਤ ਸਿੱਧੂ ਦੇ ਉਹਦਾ ਸਮਾਗਮ ਦੇ ਵਿੱਚ ਮੌਜੂਦ ਨਹੀਂ ਸੀ। ਹਰ ਵਿਅਕਤੀ ਨੇ, ਚਾਹੇ ਉਹ ਪੰਜਾਬ ਦੇ ਕਿਸੇ ਵੀ ਕੋਨੇ ਚ ਆਇਆ ਹੋਵੇ, ਹਰ ਵਿਅਕਤੀ ਨੇ ਨਵਜੋਤ ਸਿੱਧੂ ਨੂੰ ਦਿਲੋਂ ਸਮਰਥਨ ਦਿੱਤਾ। ਤਾਂ ਇਹੋ ਜਿਹੜੀਆਂ ਨਿੱਕੀਆਂ ਸੁੱਕੀਆਂ ਜਿਹੜੀਆਂ ਘਟਨਾਵਾਂ ਨੇ ਜਾਂ ਇਹੋ ਜਿਹੇ ਬਿਆਨ ਨੇ ਨਵਜੋਤ ਸਿੱਧੂ ਦੀ ਸ਼ਖਸੀਅਤ ਦੇ ਸਾਹਮਣੇ ਕੋਈ ਅਰਥ ਨਹੀਂ ਰੱਖਦੀਆਂ। ਕਾਰਨ ਉਹਦਾ ਹੈ ਕਿ ਜੇਕਰ ਉਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣੀ, ਉਹਨਾਂ ਨਾਲ ਟੱਕਰ ਲੈ ਸਕਦਾ, ਟੱਕਰ ਉਹਨੇ ਨਿੱਜੀ ਪੱਧਰ ਤੇ ਨਹੀਂ ਲਈ, ਉਹਨੇ ਲੋਕ ਜਿਹੜੇ ਮੁੱਦੇ ਨੇ ਉਹਨਾਂ ਦੇ ਆਧਾਰ ਤੇ ਲਈ। ਤਾਂ ਪਹਿਲਾਂ ਲੋਕ ਮੁੱਦਿਆਂ ਦੀ ਗੱਲ ਕਰ ਲਓ, ਜਿਹੜਾ ਕੋਈ ਜਾਣਾ ਜਾਵੇ, ਜਿਹੜਾ ਕੋਈ ਜਾਣਾ ਨਾ ਜਾਵੇ। ਜੇਕਰ ਨਵਜੋਤ ਸਿੱਧੂ ਆ ਗਿਆ ਤਾਂ ਇਸ ਦਾ ਮਤਲਬ ਇਹ ਨਹੀਂ ਆ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਭਾਰਤੀ ਜਨਤਾ ਪਾਰਟੀ 'ਚ ਜਾਣਾ ਤਾਂ ਉਹਨੇ ਚਲੇ ਜਾਣਾ, ਨਵਜੋਤ ਸਿੱਧੂ ਕਿਹੜਾ ਡੱਕ ਲੂਗਾ? ਉਹਨਾਂ ਆਪਣਾ ਫਿਊਚਰ ਦੇਖਣਾ। ਕਾਰ ਦੇ ਜਿਹੜਾ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਨਵਜੋਤ ਸਿੱਧੂ ਜਦੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਪਦ ਉੱਤੇ ਨਿਯੁਕਤ ਹੋ ਗਿਆ ਤੇ ਜਿਹੜੇ ਲੋਕ ਮੁੱਦਿਆਂ ਦੀ ਉਹਨੇ ਗੱਲ ਕੀਤੀ, ਕੀ ਉਹ ਮੁੱਦੇ ਉਹ ਹੱਲ ਕਰਾਉਣ ਵਿੱਚ ਸਫਲ ਹੋਇਆ? ਪ੍ਰਸ਼ਨ ਇਹ ਹੈ, ਪ੍ਰਸ਼ਨ ਇਹ ਨਹੀਂ ਹੈ ਕਿ ਕਿਹੜਾ ਕਾਂਗਰਸ ਛੱਡ ਕੇ ਜਾ ਰਿਹਾ ਤੇ ਕਿਹੜਾ ਕਾਂਗਰਸ ਵਿੱਚ ਆ ਰਿਹਾ। ਕਹਿਣ ਦਾ ਅਰਥ ਇਹ ਹੈ ਸੁਖਵਿੰਦਰ ਜੀ ਕਿ ਜੋ ਮਰਜ਼ੀ ਹੋ ਜਾਵੇ, ਨਵਜੋਤ ਸਿੱਧੂ ਵਾਸਤੇ ਇਹ ਚੀਜ਼ਾਂ ਕੋਈ ਅਰਥ ਨਹੀਂ ਰੱਖਦੀਆਂ, ਕੋਈ ਅਹਿਮੀਅਤ ਨਹੀਂ ਰੱਖਦੀਆਂ ਕਿ ਕਾਂਗਰਸ ਦੇ ਵਿੱਚੋਂ ਕੌਣ ਬਾਹਰ ਜਾ ਰਿਹਾ ਤੇ ਕੌਣ ਵਾਪਸ ਆ ਰਿਹਾ। ਕਿ ਜੇਕਰ ਇਹੋ ਜਿਹੀਆਂ ਸਥਿਤੀਆਂ ਹੁੰਦੀਆਂ ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ, ਉਹਨਾਂ ਨੇ ਕਿਉਂ ਨਾ ਸੋਚਿਆ? ਨੰਬਰ 2, ਜਦੋਂ ਤੁਸੀਂ ਸੂਬਾ ਕਾਂਗਰਸ ਪ੍ਰਧਾਨ ਕੱਲ 12 ਵਜੇ ਤੱਕ ਰਹੀ, ਤੁਸੀਂ ਉਦੋਂ ਰਿਪੋਰਟ ਹਾਈ ਕਮਾਨ ਨੂੰ ਕਿਉਂ ਨਾ ਦਿੱਤੀ? ਅੱਜ ਤਾਂ ਤੁਸੀਂ ਬੜਾ ਕਹਿ ਰਹੇ ਜੀ ਕਿ ਪੰਜਾਬ ਕਾਂਗਰਸ ਜੇਕਰ ਪੰਜਾਬ ਦੇ ਵਿੱਚ ਆਉਣਾ ਤੇ ਕੋਟਕਪੂਰੇ ਰਹੀ, ਤੇ ਜੇਕਰ ਸੈਂਟਰ 'ਚ ਕੇਂਦਰ 'ਚ ਰਾਜਨੀਤੀ ਬਣਾਉਣੀ ਆ ਤਾਂ ਫਿਰ ਪੰਜਾਬ ਤੇ ਰਹੀ। ਸੋ ਇਹ ਗੱਲਾਂ ਕੇਵਲ ਰਾਸੀ ਹਿੱਤਾਂ ਤੋਂ ਕਲੀਅਰ ਕਰਕੇ ਮੈਨੂੰ ਤੁਹਾਡੀ ਗੱਲ ਨਾਲ ਪੂਰਨ ਤੌਰ ਤੇ ਸਹਿਮਤੀ ਜਿਹੜੀ ਉਹ ਨਜ਼ਰ ਆਉਂਦੀ ਹੈ ਕਿ ਸ਼ਾਇਦ ਇਹ ਕੀ ਸਾਜ਼ਿਸ਼ ਦਾ ਹਿੱਸਾ ਹੀ ਹੈ। ਪਰ ਇਹੋ ਜਿਹੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਇਹ ਨਵਜੋਤ ਸਿੱਧੂ ਦੇ ਰਸਤੇ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਪਾ ਸਕਦੀਆਂ। ਕਾਰਨ ਉਹਦਾ ਇਹ ਹੈ ਨਵਜੋਤ ਸਿੱਧੂ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਾਇੰਸਦਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਨੇ ਇਸ ਅਹਿਮ ਖਬਰ ਦੇ ਉੱਪਰ ਸਾਡੇ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਹੈ, ਆਪਣੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਉਮੀਦ ਕਰਦੇ ਹਾਂ ਕਿ ਇਹਨਾਂ ਦੇ ਵਿਚਾਰ ਜਿਹੜੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮੈਂ ਇਸ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਹੋ ਜਾਏ। ਧੰਨਵਾਦ।